ਤੇ ਸਵਾਲ ਪੰਜਾਬ ਦਾ ਅੱਜ 1 ਸਾਲ ਪੁਰਾਣਾ ਵਾਲਾ ਹੈ ਜਦੋਂ ਤੁਸੀਂ ਆਪਣੀ ਸਰਕਾਰ ਬਣਾਈ ਸੀ ਜਿਹੜੀ ਕਿ ਅੱਜ ਮੌਜੂਦਾ ਹੈਗੀ ਹੈ। 1 ਸਾਲ ਅੱਜ ਪੂਰੇ ਹੋ ਗਿਆ, ਯਾਨੀ 1 ਸਾਲ ਕੰਪਲੀਟ ਹੋ ਗਿਆ ਨਵੀਂ ਸਰਕਾਰ ਦਾ। ਉਹ ਸਰਕਾਰ ਜਿਹੜੀ ਤੁਸੀਂ ਪਿਛਲੇ ਸਾਲ ਬਣਾਈ ਸੀ ਅੱਜ 1 ਸਾਲ ਬਾਅਦ ਕਿੱਥੇ ਖੜੀ ਹੈ, ਤੁਹਾਨੂੰ ਕਿੱਥੇ ਲੈ ਕੇ ਖੜੀ ਹੈ, ਤੁਸੀਂ ਕਿੱਥੇ ਖੜੇ ਹੋ 1 ਸਾਲ ਬਾਅਦ? ਵਿਕਾਸ ਕਾਰਜ ਕਿੰਨੇ ਹੋਏ, ਕਿੰਨੀਆਂ ਗਰੰਟੀਆਂ ਦਿੱਤੀਆਂ ਸੀਗੀਆਂ, ਕਿੰਨੀਆਂ ਪੂਰੀਆਂ ਹੋਈਆਂ? ਕੀ ਪੰਜਾਬ ਰੰਗਲਾ ਪੰਜਾਬ ਬਣ ਗਿਆ ਜਾਂ ਰੰਗਲੇ ਪੰਜਾਬ ਦੇ ਵੱਲ ਵੱਧ ਰਿਹਾ ਹੈ? ਇਹ ਸਵਾਲ ਖੜੇ ਹੋ ਗਏ ਹੈ। ਵੱਖ-ਵੱਖ ਗਰੰਟੀਆਂ ਦੇ ਵਿੱਚ ਜੋ ਤੁਹਾਨੂੰ ਕਿਹਾ ਗਿਆ ਸੀਗਾ ਕਿ ਅਸੀਂ ਤੁਹਾਨੂੰ ਇਹ ਦਵਾਂਗੇ ਉਹ ਦਵਾਂਗੇ, ਕੀ ਉਹ ਹੋ ਗਿਆ? ਲਾਅ ਐਂਡ ਆਰਡਰ ਨੂੰ ਲੈ ਕੇ ਵੱਡਾ ਸਵਾਲ ਖੜਾ ਹੋ ਰਿਹਾ ਸੀਗਾ ਕਿ ਲਾਅ ਐਂਡ ਆਰਡਰ ਮੇਨਟੇਨ ਹੋ ਰਿਹਾ ਜਾਂ ਹੋ ਗਿਆ? ਸਵਾਲ ਇਹ ਹੈ। ਮਾਨ ਸਾਹਿਬ ਕਹਿੰਦੇ ਸਵੇਰੇ ਸਾਰੇ ਸੰਬੋਧਨ ਕਰ ਰਹੇ ਸੀ ਸਾਰੇ ਪੰਜਾਬੀਆਂ ਨੂੰ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਕੋਸ਼ਿਸ਼ ਤੁਹਾਨੂੰ ਅੱਗੇ ਲਿਜਾਣ ਦੀ ਹੋ ਰਹੀ ਹੈ। ਹੌਸਲਾ ਰੱਖਿਓ, ਹੌਸਲਾ ਨਾ ਛੱਡਿਓ, ਯਾਨੀ ਉਮੀਦ ਦਾ ਦਾਮਨ ਪਕੜ ਕੇ ਰਹਿਣਾ। 4 ਸਾਲ ਪਏ ਹੈ, ਲੈ ਕੇ ਜਾਵਾਂਗੇ, ਗੱਡੀ ਖਿੱਚ ਲਾਂਗੇ, ਪਰ 1 ਸਾਲ ਦੇ ਵਿੱਚ ਇਹ ਗੱਡੀ ਕਿੰਨੀ ਅੱਗੇ ਖਿੱਚੀ ਗਈ ਹੈ ਜਾਂ ਉਸੇ ਪਲੇਟਫਾਰਮ ਦੇ ਉੱਪਰ ਹੀ ਖੜੀ ਹੋਈ ਹੈ? ਸਵਾਲ ਰੋਜ਼ਗਾਰ ਤੇ ਕਿਸਾਨੀ ਦੇ ਲਈ ਕਿੰਨਾ ਕੰਮ ਹੋਇਆ ਪੰਜਾਬ ਦੇ ਵਿੱਚ 1 ਸਾਲ ਦੇ ਵਿੱਚ? ਰੰਗਲੇ ਪੰਜਾਬ ਦੀ ਕਿੰਨੀ ਕੁ ਝਲਕ ਦਿਖਾਈ ਦਿੱਤੀ ਹੈ? ਸਵਾਲ ਇਹ ਹੈ ਕਿ ਆਪ ਸਰਕਾਰ ਨੇ ਵਾਅਦੇ ਮੁਤਾਬਕ ਕੰਮ ਕੀਤਾ, ਗਰੰਟੀਆਂ ਪੂਰੀਆਂ ਹੋਈਆਂ, ਪੰਜਾਬ ਦੇ ਆਰਥਿਕ ਹਾਲਾਤ ਕੀ ਸੁਧਰੇ ਨੇ ਜਾਂ ਆਰਥਿਕ ਦਸ਼ਾ ਪੰਜਾਬ ਦੀ ਜਾਂ ਦਿਸ਼ਾ ਸਹੀ ਹੈ, ਸੁਧਰੀ ਹੈ, ਤੁਹਾਨੂੰ ਅੱਗੇ ਲਿਜਾਣ ਵਾਲੀ ਹੋਈ ਹੈ? ਤੁਸੀਂ ਕਿੱਥੇ ਪਹੁੰਚ ਰਹੇ ਹੋ? ਆਪਣੇ ਬੱਚਿਆਂ ਨੂੰ ਕਿੱਥੇ ਦੇਖ ਰਹੇ ਹੋ? ਜਾਂ ਬੱਚੇ ਅੱਜ ਵੀ ਜਹਾਜ਼ ਚੜ੍ਹ ਕੇ ਬਾਹਰ ਹੀ ਜਾ ਰਹੇ ਆ? ਕਹਿ ਤਾਂ ਹੀ ਰਹੇ ਸੀ ਨਾ ਕਿ ਇੱਥੇ ਹੀ ਕਾਰਖਾਨੇ ਲੱਗਣਗੇ, ਇੱਥੇ ਹੀ ਰੋਜ਼ਗਾਰ ਮਿਲੇਗਾ, ਪਰ ਮਿਲਣਾ ਸ਼ੁਰੂ ਹੋਇਆ। ਅਦਰ ਦੈਨ ਉਹ 26,000 ਨੌਕਰੀਆਂ ਜਿਨ੍ਹਾਂ ਦੇ ਨਿਯੁਕਤੀ ਪੱਤਰ ਦਿੱਤੇ ਆ, ਹੋਰ ਰੋਜ਼ਗਾਰ ਦੇ ਵਸੀਲੇ ਕਿੱਥੇ ਹੈ? ਇੰਡਸਟਰੀ ਲੱਗ ਗਈ, ਲੱਗਣ ਵਾਲੀ ਹੈ? ਸਵਾਲ ਤੁਹਾਡੇ ਹੈਗੇ ਆ ਤੇ ਜਵਾਬ ਲਾਂਗੇ। ਥੋੜੀ ਜਿਹੀ ਰਿਪੋਰਟ ਦੇਖਦੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 1 ਸਾਲ ਪੂਰਾ ਹੋ ਗਿਆ ਹੈ। 1 ਸਾਲ ਵਿੱਚ ਆਪ ਸਰਕਾਰ ਨੂੰ ਕਈ ਚੈਲੰਜਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਡਾ ਚੈਲੰਜ ਅੱਜ ਵੀ ਹੈ ਤੇ ਉਹ ਹੈ ਖਜ਼ਾਨੇ ਦਾ। ਮੁੱਖ ਮੰਤਰੀ ਮਾਨ ਦਾਅਵਾ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਉਹਨਾਂ ਦਾ ਮਕਸਦ ਚੋਣਾਂ ਨਹੀਂ ਬਲਕਿ ਅਗਲੀ ਪੀੜ੍ਹੀ ਨੂੰ ਬਚਾਉਣਾ ਹੈ। केजरीवाल जी ने जो गारंटियां दी थी वो गारंटियां पूरी करेंगे और आमतौर पे सरकारें जो आखिरी साल में काम करती हैं कि लोगों को वोटों के समय याद रहें ये काम, लेकिन हमारा मकसद वोट नहीं है, हमारा मकसद है पंजाब को दोबारा रंगला पंजाब बनाना। हमने वो काम पहले साल ही शुरू कर दिए, बल्कि पहले दिन से शुरू कर दिए। 1 ਸਾਲ ਪੂਰਾ ਹੋਣ ਦੇ ਉੱਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਧਾਈ ਦਿੱਤੀ ਹੈ, ਪਰ ਉਧਰ ਵਿਰੋਧੀ ਵੀ ਸਰਕਾਰ ਦੇ ਕੰਮਾਂ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ ਅਤੇ ਸਰਕਾਰ ਦੇ ਵਾਅਦਿਆਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ। ਪੰਜਾਬ ਦੇ ਅੰਦਰ ਕਤਲੋਗਾਰਤ ਹੋਈ ਔਰ ਜੋ ਗੈਂਗਸਟਰਾਂ ਦਾ ਤੇ ਬਾਕੀ ਸਮਾਜ ਵਿਰੋਧੀ ਅੰਸਰਾਂ ਦਾ ਜਿਸ ਤਰ੍ਹਾਂ ਦਬਦਬਾ ਬਣਿਆ ਔਰ ਜਿਸ ਤਰ੍ਹਾਂ ਉਹਨਾਂ ਨੇ ਕਤਲੋਗਾਰਤ ਕੀਤੀ, ਇਹ ਬੜੀ ਮੰਦਭਾਗੀ ਗੱਲ ਹੈ। ਜਿੱਥੇ ਅਸ਼ਾਂਤ ਹੁੰਦਾ ਜਿਹੜਾ ਏਰੀਆ, ਉਹਦੇ ਅੰਦਰ ਕੋਈ ਇਨਵੈਸਟਮੈਂਟ ਨਹੀਂ ਆਉਂਦੀ ਔਰ ਉਹ ਏਰੀਆ ਕਦੇ ਵੀ ਪ੍ਰਫੁੱਲਿਤ ਨਹੀਂ ਹੋ ਸਕਦਾ। ਉਸ ਤਰਫ ਸਰਕਾਰ ਗੰਭੀਰ ਨਹੀਂ ਹੈ। ਪੰਜਾਬ ਦੀਆਂ ਇਸਤਰੀਆਂ ਨੂੰ 1000 ਰੁਪਇਆ ਦੇਣ ਦਾ ਵਾਅਦਾ ਉਹ ਵੀ ਫੋਕਾ ਨਿਕਲਿਆ। 20,000 ਕਰੋੜ ਰੁਪਇਆ ਮਾਈਨਿੰਗ ਤੋਂ ਵਸੂਲੀ ਕਰਨ ਵਾਲੀ ਗੱਲ ਉਹ ਵੀ ਫੋਕੀ ਨਿਕਲੀ ਔਰ ਮੈਂ ਸਮਝਦਾ ਜਿਹੜਾ ਘਰ ਘਰ ਨੌਕਰੀ ਦੇਣ ਦੀ ਗੱਲ ਸੀ ਉਹ ਵੀ ਫੋਕੀ ਨਿਕਲੀ। ਉਧਰ ਰਾਜਾ ਵੜਿੰਗ ਨੇ ਮਹਿਲਾਵਾਂ ਦੀ 1000 ਰੁਪਏ ਵਾਲੀ ਗਰੰਟੀ ਨੂੰ ਲੈ ਕੇ ਸਵਾਲ ਚੁੱਕੇ ਅਤੇ ਪੰਜਾਬ ਦੀਆਂ ਔਰਤਾਂ ਨੂੰ ਸਰਕਾਰ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਕਿ ਠੀਕ 22 ਤਰੀਕ ਨੂੰ ਠੀਕ 10 ਵਜੇ ਅਸੀਂ ਸਾਰਿਆਂ ਨੇ ਰਲ ਕੇ ਅਸੀਂ तमाम ਮੇਰੀਆਂ ਭੈਣਾਂ ਨੂੰ ਚੰਡੀਗੜ੍ਹ ਸੱਦਾਂਗੇ ਤੇ ਫਿਰ ਇੱਕ ਪ੍ਰਦਰਸ਼ਨ ਯਾਨੀ ਕਿ ਵਿਧਾਨ ਸਭਾ ਦਾ ਘਿਰਾਓ ਹੋਏਗਾ, ਜਿਹਦੇ ਵਿੱਚ ਮੰਗ ਹੋਏਗੀ ਕਿ ਸਾਡੀਆਂ ਭੈਣਾਂ ਦੇ ਜਿਹੜੇ ਹੱਕ ਹੈ ਉਹ ਪੂਰੇ ਕਰੋ। ਯਾਨੀ ਕਿ 1000 ਰੁਪਏ ਦਾ ਵਾਅਦਾ ਪੂਰਾ ਕਰੋ, 2500 ਰੁਪਇਆ ਤੁਸੀਂ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ ਉਹ ਪੂਰਾ ਕਰੋ ਤੇ ਜਿਹੜੇ ਨੀਲੇ ਕਾਰਡ ਕੱਟੇ ਗਏ ਹੈ ਉਹਨਾਂ तमाम ਚੀਜ਼ਾਂ ਦੀ ਅਸੀਂ ਲੜਾਈ ਲੜਨੀ ਹੈ। ਸੋ ਮੇਰੀ ਬੇਨਤੀ ਹੈ ਸਾਰੇ ਜਣੇ ਹੁਮ ਹਮਾ ਕੇ ਇਸ ਪ੍ਰਦਰਸ਼ਨ ਦੇ ਵਿੱਚ ਜਾਂ ਧਰਨੇ ਦੇ ਵਿੱਚ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਆਪ ਸਰਕਾਰ ਦਾ 4 ਸਾਲਾਂ ਦਾ ਕਾਰਜਕਾਲ ਹਾਲੇ ਬਾਕੀ ਹੈ, ਪਰ ਮੁੱਖ ਮੰਤਰੀ ਪਹਿਲੇ ਸਾਲ ਹੀ ਪੰਜਾਬ ਨੂੰ ਰੰਗਲੇ ਪੰਜਾਬ ਵੱਲ ਲਿਜਾਉਣ ਦਾ ਦਾਅਵਾ ਕਰ ਰਹੇ ਨੇ। ਹਾਲਾਂਕਿ ਵਿਰੋਧੀ ਕਾਨੂੰਨ ਵਿਵਸਥਾ, ਸੂਬੇ ਦੀ ਮਾਲੀ ਹਾਲਤ ਅਤੇ ਸਰਕਾਰ ਦੀਆਂ ਗਰੰਟੀਆਂ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਕਈ ਸਾਰੇ ਮੁੱਦੇ ਨੇ, ਕਈ ਸਾਰੀਆਂ ਗਰੰਟੀਆਂ ਸੀਗੀਆਂ। ਹਾਲਾਂਕਿ ਵਕਫਾ ਜਿਹੜਾ ਸਮਾਂ ਹੈ ਉਹ 5 ਸਾਲ ਦਾ ਮੈਂਡੇਟ ਜਿਹੜਾ ਦਿੱਤਾ ਗਿਆ, ਜਿਹੜਾ ਤੁਸੀਂ 5 ਸਾਲ ਦੇ ਲਈ ਸਰਕਾਰ ਚੁਣੀ,
5 ਸਾਲ ਚੋਂ 1 ਸਾਲ ਬੀਤ ਗਿਆ। 1 ਸਾਲ 'ਚ ਕਿਹੜੀਆਂ ਪ੍ਰਾਪਤੀਆਂ ਨੇ? ਮਾਨ ਸਾਹਿਬ ਨੇ ਤੁਸੀਂ ਸੁਣ ਲਿਆ, ਪਰ ਵਿਰੋਧੀ ਧਿਰ ਵੀ ਕੁਝ ਸਵਾਲ ਪੁੱਛਣਾ ਚਾਹੁੰਦੀ ਆ ਤੇ ਮੰਚ ਉਹਨਾਂ ਦਾ ਹੀ ਹੈ, ਸਾਰਿਆਂ ਦਾ ਮੰਚ ਹੈਗਾ ਤੇ ਜਵਾਬ ਦਾ ਮੰਚ ਵੀ ਇਹੀ ਹੈ। ਖਾਸ ਤੌਰ ਤੇ ਮਹਿਮਾਨ ਜੁੜ ਗਏ ਨੇ। ਸੁਖਦੇਵ ਸਿੰਘ ਜੀ ਕਾਂਗਰਸ ਪਾਰਟੀ ਤੋਂ, ਹਨੀ ਬਰਾੜ ਜੀ ਸ਼੍ਰੋਮਣੀ ਅਕਾਲੀ ਦਲ ਤੋਂ, SR ਲੱਦੜ ਸਾਹਿਬ ਭਾਰਤੀ ਜਨਤਾ ਪਾਰਟੀ ਤੋਂ, ਮੁਹੰਮਦ ਖਾਲਿਦ ਜੀ ਮਾਹਿਰ ਦੇ ਤੌਰ ਤੇ ਸਾਡੇ ਨਾਲ ਜੁੜ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨਹੀਂ ਆਏ ਨੇ। ਸੋ ਕੁਰਸੀ ਖਾਲੀ ਹੈ, ਸੱਦਾ ਦਿੱਤਾ ਸੀਗਾ, ਨਹੀਂ ਪਹੁੰਚੇ ਕਿਉਂਕਿ ਦੱਸਣਾ ਉਹਨਾਂ ਨੇ ਸੀਗਾ, ਅਨਫੋਰਚੂਨੇਟ ਆ। ਪਰ ਹੁਣ ਜਨਤਾ ਦੀ ਕਚਹਿਰੀ ਹੈਗੀ ਹੈ ਤੇ ਫੋਨ ਲਾਈਨ ਤੋਂ ਵੀ ਪਤਾ ਕਰ ਸਕਦੇ, ਤੁਸੀਂ ਫੀਡਬੈਕ ਦੇ ਦੇਣਾ। ਇਨ ਦਾ ਮੀਨ ਟਾਈਮ ਜਦੋਂ ਫੋਨ ਲਾਈਨ ਖੁੱਲੇਗੀ ਤੁਸੀਂ ਆਪਣੀ ਰਾਏ ਦੇ ਦੇਣਾ। ਸਾਰੇ ਨਾਲ ਬੈਠੇ ਪੈਨਲਿਸਟ ਇੱਕ ਇੱਕ ਕਰਕੇ ਜਾਣ ਲਾਂਗੇ, ਸਮਝ ਲਾਂਗੇ ਕਿ ਕਿਹੜੀ ਕਿਹੜੀ ਗਰੰਟੀਆਂ ਸੀਗੀਆਂ। ਟੂ ਸਟਾਰਟ ਵਿਦ, ਗਰੰਟੀਆਂ ਪੂਰੀਆਂ ਕਿਹੜੀਆਂ ਹੋਈਆਂ? ਇੱਕ ਝਲਕ ਪਾਲਨ ਨੇ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ, ਬਿਜਲੀ ਦੇ ਪੈਂਡਿੰਗ ਘਰੇਲੂ ਬਿੱਲ ਮਾਫ ਹੋ ਗਏ ਨੇ, ਸਸਤਾ ਰੇਤਾ ਸਰਕਾਰ ਕਹਿ ਰਹੀ ਅਸੀਂ ਦੇਤਾ, ਅਧਿਆਪਕਾਂ ਨੂੰ ਵਿਦੇਸ਼ਾਂ 'ਚ ਸਿਖਲਾਈ ਦੇ ਦਿੱਤੀ ਹੈ, 26,000 ਨੌਕਰੀ ਦੇਤੀ। ਇਹ ਜਿਹੜੇ ਵਾਅਦੇ ਪੂਰੇ ਕੀਤੇ ਆ। ਗਰੰਟੀਆਂ ਅਧੂਰੀਆਂ ਕਿਹੜੀਆਂ ਰਹਿ ਗਈਆਂ? ਘਰ ਘਰ ਰੁਜ਼ਗਾਰ, 24 ਘੰਟੇ ਬਿਜਲੀ ਸਪਲਾਈ, ਬਾਕੀ ਬਿਜਲੀ ਪੂਰੀ ਨਹੀਂ ਆ ਰਹੀ। 5,000 ਰੁਪਏ ਬੇਰੁਜ਼ਗਾਰੀ ਭੱਤਾ, ਪੰਜਾਬ 'ਚ 16,000 ਮੁਹੱਲਾ ਕਲੀਨਿਕ ਇੱਕ ਸਾਲ 'ਚ ਜਿੰਨੇ ਬਣੇ ਆ ਤੇ ਉਹ ਸਭ ਨੂੰ ਪਤਾ ਹੀ ਹੈ। 18 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ 1,000 ਰੁਪਏ ਬੀਬੀਆਂ ਭੈਣਾਂ ਨੂੰ ਜਿਹੜਾ ਦੇਣ ਦਾ ਵਾਅਦਾ ਕੀਤਾ ਸੀਗਾ। ਹਰ ਬੱਚੇ ਨੂੰ ਪਹਿਲੀ ਤੋਂ ਡਿਗਰੀ ਤੱਕ ਮੁਫਤ ਸਿੱਖਿਆ, ਸਾਰੇ ਕੱਚੇ ਅਧਿਆਪਕ ਪੱਕੇ ਹੋਣਗੇ। ਸਰਕਾਰ ਦੇ ਵੱਲੋਂ ਜਾਰੀ ਡਾਟਾ, ਮਾਨ ਸਰਕਾਰ ਨੇ 26,000 ਨੌਕਰੀ ਦਿੱਤੀ, ਬਿਜਲੀ ਦੀਆਂ 600 ਯੂਨਿਟ। ਠੀਕ ਹੈ ਜੀ। ਕਾਨੂੰਨ ਵਿਵਸਥਾ ਦਾ ਰਿਪੋਰਟ ਕਾਰਡ ਜਿਹੜਾ 365 ਦਿਨਾਂ ਦੇ ਵਿੱਚ 6 ਵੱਡੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਪੰਜਾਬ ਪੁਲਿਸ ਨੇ ਮੋਹਾਲੀ ਇੰਟੈਲੀਜੈਂਸ ਤੇ RPG ਅਟੈਕ ਹੁੰਦਾ 9 ਮਈ ਨੂੰ, ਸਿੱਧੂ ਮੂਸੇਵਾਲਾ ਦਾ ਕਤਲकांड ਹੁੰਦਾ 29 ਮਈ ਨੂੰ, ਫਰੀਦਕੋਟ ਡੇਰਾ ਪ੍ਰੇਮੀ ਪ੍ਰਦੀਪ ਦਾ ਕਤਲ ਹੁੰਦਾ 10 ਨਵੰਬਰ ਨੂੰ, ਤਰਨਤਾਰਨ ਥਾਣੇ ਤੇ RPG ਅਟੈਕ ਹੁੰਦਾ 9 ਨਵੰਬਰ ਨੂੰ, ਅੰਮ੍ਰਿਤਸਰ ਸੁਧੀਰ ਸਤੂਰੀ ਦਾ ਕਤਲ ਹੁੰਦਾ 4 ਨਵੰਬਰ ਨੂੰ, ਨਕੋਦਰ ਟਿੰਮੀ ਚਾਵਲਾ ਦਾ ਕਤਲ ਹੁੰਦਾ 7 ਦਸੰਬਰ ਨੂੰ। ਸੋ ਇਹ ਪੰਜਾਬ ਪੁਲਿਸ ਨੇ ਵੀ ਦੱਸਿਆ ਕਿ 6 ਵੱਡੀਆਂ ਘਟਨਾਵਾਂ ਹੋਈਆਂ। ਅਦਰ ਦੈਨ ਦਿਸ ਸੰਦੀਪ ਨੰਗਲ ਅੰਬੀਆਂ ਤੇ ਹੋਰ ਬੜੇ ਸਾਰੇ ਅਜਿਹੇ ਘਟਨਾਕ੍ਰਮ ਹੋਏ ਆ, ਜਨਾਲਾ ਕਾਂਡ ਹੋਇਆ, ਬਹੁਤ ਸਾਰੇ ਆ ਜਿਹੜੇ ਰਹਿੰਦੇ ਹੈਗੇ, ਜਿਹੜੇ ਆਈ ਗੈਸ ਜਿਹੜੇ ਮਿਸ ਹੋ ਗਏ। ਪਰ ਟੂ ਸਟਾਰਟ ਵਿਦ ਕਿਸ ਤਰੀਕੇ ਨਾਲ ਸਮਝੀਏ? ਸੁਖਦੇਵ ਜੀ, ਗਰੰਟੀਆਂ 10 ਸੀਗੀਆਂ, ਸਰਕਾਰ ਕਹਿੰਦੀ ਅਸੀਂ ਕਾਫੀ ਸਾਰੀ ਪੂਰੀ ਕਰਤੀਆਂ, ਪਰ ਲੱਗਦਾ ਤੁਹਾਨੂੰ ਪੂਰੀ ਹੋ ਗਈਆਂ ਤੇ ਹਲੇ 4 ਸਾਲ ਹੈਗੇ ਆ, ਵੇਟ ਕਰ ਲਈਏ, 4 ਸਾਲ 'ਚ ਬਾਕੀ ਵੀ ਰਹਿੰਦੀਆਂ ਹੋ ਜਾਣਗੀਆਂ, ਜਾਂ ਆਪਾਂ 1 ਸਾਲ 'ਚ ਹੀ ਪੂਰੀ ਕਰਨ ਦੀ ਉਮੀਦ ਜਤਾ ਰਹੇ ਹਾਂ? ਦੇਖੋ ਗੱਲ ਇਹ ਹੈ ਵਾਲੀਆ ਸਾਹਿਬ, ਜਦੋਂ ਨਾ ਆਪਾਂ ਜੇ ਕੜਾਹਾ ਚੌਲਾਂ ਦਾ ਵਾਲੀਏ ਤਾਂ ਆਪਾਂ ਉਹਦੇ ਵਿੱਚ ਇਹ ਨਹੀਂ ਦੇਖ, ਸਾਰਾ ਚੌਲ ਖਾ ਕੇ ਨਹੀਂ ਦੇਖਦੇ, ਆਪਾਂ ਉਹਦੇ 4 ਕਦਾਣੇ ਦੇਖ ਲੈਣੇ ਵੀ ਚੌਲ ਪੱਕ ਗਏ ਕਿ ਨਹੀਂ ਪੱਕ ਗਏ। ਬਿਲਕੁਲ ਠੀਕ ਹੈ। ਤੇ ਜੇ ਆਪਾਂ ਨੂੰ 5 ਸਾਲ ਦਾ ਜੇ ਸਮਾਂ ਹੈ ਨਾ, ਤੇ ਜੇ ਸਾਲ ਦੇ ਜੋ ਗਰੰਟੀਆਂ ਦੀ ਗੱਲ ਕਰਦੇ ਆ, ਮੈਨੂੰ ਪੂਰਨ ਤੌਰ ਤੇ ਇੱਕ ਵੀ ਗਰੰਟੀ ਪੂਰੀ ਕੀਤੀ ਆ ਉਹਨਾਂ ਨੇ ਤਾਂ ਦੱਸ ਦਿਓ। ਵੈਸੇ 2 ਕਿਸਮ ਦੀਆਂ ਗਰੰਟੀਆਂ ਹੁੰਦੀਆਂ ਆਮ ਪੋਲੀਟੀਕਲ। ਇੱਕ ਅਸੀਂ ਜਦੋਂ ਲੋਕਾਂ 'ਚ ਜਾਂਦੇ ਆ, ਇੱਕ ਅਸੀਂ ਨੈਰੇਟਿਵ ਵੀ ਬਣਾਉਣੇ ਆ ਵੀ ਅਸੀਂ ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ। ਕੁਝ ਅਸੀਂ ਇਹਨਾਂ ਨੇ ਗਰੰਟੀਆਂ ਵੀ ਦਿੱਤੀਆਂ ਸੀ। ਦੋਨੋਂ ਗੱਲਾਂ 'ਚੋਂ ਵੀ ਇੱਕ ਵੀ ਗੱਲ ਪੂਰੀ ਨਹੀਂ ਹੋਈ ਹੈ। ਦੇਖੋ ਇਹਨਾਂ ਨੇ 600 ਯੂਨਿਟ ਦੀ ਗੱਲ ਕਰਦੇ ਦਿੱਤੇ ਆ। ਇਹਨਾਂ ਨੇ ਜਦੋਂ ਇਹ ਕਿਹਾ ਸੀ, ਤੁਹਾਡੇ ਵੀ ਚੈਨਲ ਦੇ ਉੱਤੇ ਚੱਲਿਆ ਵਾਲੀਆ ਸਾਹਿਬ, ਵੀ ਅਸੀਂ 600 ਯੂਨਿਟ ਤੋਂ ਉੱਪਰ ਜਿਹੜੇ ਪੈਸੇ ਆਉਣਗੇ ਉਹ ਲਵਾਂਗੇ। ਹੁਣ ਇਹ ਜੇ 600 ਤੋਂ 1 ਹੋ ਜਾਂਦਾ, ਸਾਰੇ ਦੇ ਪੈਸੇ ਲੈਂਦੇ ਆ। ਅਗਲੀ ਗੱਲ ਜਿਹੜੀ 1000 ਰੁਪਇਆ ਵੂਮੈਨਸ ਨੂੰ ਦੇਣਾ ਸੀ, ਉਹ ਕਿਤੇ ਵੀ ਅੱਜ ਗੱਲ ਇਹ ਕਰਦੇ ਨਹੀਂ, ਉਧਰ ਨੂੰ ਤੁਰਦੇ ਨਹੀਂ। ਪੈਨਸ਼ਨ ਦੀ ਗੱਲ ਹੋਵੇ, ਬੁਢਾਪਾ ਪੈਨਸ਼ਨ ਦੀ, ਜਾਂ ਹੋਰ ਕਿਸੇ ਕਿਸਮ ਦੀਆਂ ਗੱਲਾਂ, ਕਿ ਦੂਜਾ ਇਹ ਇੱਕ ਬੜਾ ਵੱਡਾ ਨੈਰੇਟਿਵ ਬਣਾਉਂਦੇ ਹੁੰਦੇ ਸੀ। ਇੱਕ ਜਿਹੜੇ ਰੋਜ਼ਗਾਰ ਦੇਣ ਦੀ ਗੱਲ ਕਰਦੇ ਆ, ਇਹਨਾਂ ਨੇ ਰੋਜ਼ਗਾਰ ਦੇ, ਮੈਂ ਕਹਿਣਾ ਵੀ ਮੈਨੂੰ ਦੱਸ ਦੇਣ ਵੀ ਕਿੰਨੇ ਟੈਸਟ ਕੀਤੇ ਨੇ। ਜੇ 3-4 ਟੈਸਟ ਲਿੱਤੇ, ਤਿੰਨੋਂ ਚਾਰੋਂ ਫੇਲ ਹੋ ਗਏ। ਪਹਿਲਾਂ ਨਾਇਬ ਤਹਿਸੀਲਦਾਰਾਂ ਦਾ ਲਿਆ, ਉਹਦੇ ਵਿੱਚ ਹੇਰਾਫੇਰੀ ਹੋ ਗਈ। ਹੁਣ ਟੀਚਰਸ ਦਾ ਲਿਆ, ਉਹ 'ਚ ਹੇਰਾਫੇਰੀ ਹੋ ਗਈ। ਪਿਛਲੀ ਸਰਕਾਰ ਦੇ ਲਿੱਤੇ ਹੋਏ ਟੈਸਟਾਂ ਦੇ ਵਿੱਚ ਪਿਛਲੀ ਸਰਕਾਰ ਦੇ ਉਹ ਵੀ ਅਜੇ ਪੂਰੇ ਨਹੀਂ ਦੇ ਸਕੇ। ਜੇਲ੍ਹ ਵਾਰਡਨ ਦੀਆਂ ਟੈਸਟ ਕੰਪਲੀਟ ਕਰਕੇ ਗਏ ਸੀ, ਸਾਲ ਦੇ ਵਿੱਚ ਦੇ ਨਹੀਂ ਸਕੇ। ਜੇਲ੍ਹਾਂ ਦਾ ਹਾਲ ਮਾੜਾ ਹੈ। ਠੀਕ ਹੈ। ਐਸੇ ਤਰੀਕੇ ਦੇ ਨਾਲ ਜਨਵਰੀ ਦੇ ਵਿੱਚ ਇਹਨਾਂ ਨੇ ਅਪਾਇੰਟਮੈਂਟ ਦਿੱਤੇ ਟੀਚਰਸ ਨੂੰ, ਉਹ ਅੱਜ ਵੀ ਵਿਚਾਰੇ ਇਹਨਾਂ ਦੇ ਬਾਹਰ ਮੂਰੇ ਜਾ ਕੇ ਡਾਂਗਾ ਖਾ ਰਹੇ ਨੇ, ਉਹਨਾਂ ਦੀ ਜੁਆਇਨਿੰਗ ਨਹੀਂ ਹੋਈ। ਔਰ ਜਿਹੜੇ ਇਹ ਗੱਲ ਪੱਕੇ ਕਰਨ ਦੀ ਕਰਦੇ ਆ, ਉਹਨਾਂ ਵਿੱਚੋਂ ਕਿੰਨੇ ਜੁਆਇਨ ਕੀਤੇ ਇਹ ਦੱਸ ਦੇਣ। ਇਸ ਕਰਕੇ ਕੋਈ ਵੀ ਕੰਮ ਜਿਹੜਾ ਹੈਗਾ ਇਹਨਾਂ ਦਾ ਅਧੂਰਾ ਪੂਰਾ ਇਹਨਾਂ ਨੇ ਕੋਈ ਨਹੀਂ ਕੀਤਾ। ਹਾਂ, ਜੇ ਇਹ ਗੱਲਾਂ ਕਰਦੇ ਹੁੰਦੇ ਸੀ ਜਦੋਂ ਦੂਜੀਆਂ ਸਰਕਾਰਾਂ ਦੇ ਉੱਤੇ ਕਿੰਤੂ ਪਰੰਤੂ ਕਰਦੇ ਸੀ, ਇੱਕ ਆਮ ਭਾਸ਼ਣ 'ਚ ਕਹਿੰਦੇ ਸੀ, ਔਰ ਇਹਨਾਂ ਦੇ ਮੰਤਰੀ ਸਾਹਿਬਾਨ ਪ੍ਰਾਈਵੇਟ ਬਿੱਲ ਵੀ ਲਿਆਉਂਦੇ ਸੀ ਵੀ ਜੀ ਦੇਖੋ ਅਕਾਲੀ ਦਲ ਜਿਹੜਾ ਹੈਗਾ ਉਹ ਪਾਵਰ ਪਰਚੇਜ ਐਗਰੀਮੈਂਟ ਗਲਤ ਕਰ ਗਿਆ, ਔਰ ਉਸ ਤੋਂ ਬਾਅਦ ਕਾਂਗਰਸ ਉਹਨਾਂ ਨੇ ਪੈਸੇ ਲੈ ਲਏ। ਕਾਂਗਰਸ ਨੇ 5 ਸਾਲ ਉਹਦੇ ਤੋਂ ਕਮਿਸ਼ਨ ਲਿੱਤਾ, ਇਹਨਾਂ ਨੇ ਵੀ ਉਹ ਕੈਂਸਲ ਨਹੀਂ ਕੀਤੇ। ਪਰ ਹੁਣੇ ਮੈਨੂੰ ਇੱਕ ਗੱਲ ਦੱਸ ਦੇਣ ਵੀ 1 ਸਾਲ ਹੋ ਗਿਆ ਕਿ ਇਹਨਾਂ ਨੇ ਉਧਰ ਨੂੰ ਇੱਕ ਕਦਮ ਪੱਟਿਆ। ਅਮਨ ਅਰੋੜਾ ਜੀ ਕਹਿੰਦੇ ਹੁੰਦੇ ਜੀ ਪ੍ਰਾਈਵੇਟ ਬਿੱਲ ਮੇਰੀ ਜੇਬ 'ਚ ਹੈ, ਮੇਰੇ ਕੋਲ ਸੋਲੂਸ਼ਨ ਹੈ। ਉਦੋਂ ਬਾਅਦ ਇੰਨੇ ਸੈਸ਼ਨ ਹੋ ਗਏ, ਇਹਨਾਂ ਨੇ ਕਿਤੇ ਉਹ ਪ੍ਰਾਈਵੇਟ ਬਿੱਲ ਨਹੀਂ ਸਾਨੂੰ ਦਿਖਿਆ, ਤੇ ਨਾ ਹੀ ਉਧਰ ਇਹਨਾਂ ਨੇ ਕਦੇ ਬਿਆਨ ਦਿੱਤਾ, ਤੇ ਨਾ ਹੀ ਉਧਰ ਨੂੰ ਤੁਰਦੇ ਆ। ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਨੇ ਜਿੰਨੇ ਵੀ ਕੰਮ ਸੀਗੇ, ਲਾ ਐਂਡ ਆਰਡਰ ਤੁਸੀਂ ਦੱਸ ਚੁੱਕੇ ਹੋ, ਔਰ ਇਹ ਆਪ ਮੰਨੀ ਜਾਂਦੇ ਨੇ। ਡਰੱਗਸ ਦਾ ਹਾਲ ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ, ਆਮ ਧਰਾਤਲ ਤੇ ਕਿੰਨਾ ਕੁ ਕੰਮ ਹੋਇਆ।
ਇਸ ਕਰਕੇ ਇਹ ਜਿਹੜੀਆਂ ਇਹਨਾਂ ਨੇ ਵੀ ਗੱਲਾਂ ਕੀਤੀਆਂ ਸੀ, ਗਰੰਟੀਆਂ ਕੀਤੀਆਂ ਸੀ, ਉਹ ਚ ਟੋਟਲ ਫੇਲਰ ਸਰਕਾਰ ਹੈ। ਔਰ ਸਿਰਫ ਤੇ ਸਿਰਫ ਪ੍ਰਚਾਰ ਦੇ ਉੱਤੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਉਹਨੂੰ ਅਸੀਂ 100 ਚੋਂ 100 ਨੰਬਰ ਦਿੰਨੇ ਆ। ਪੰਜਾਬ ਦਾ ਖਜ਼ਾਨਾ ਲਟਾਤਾ, ਚਾਹੇ ਉਹ ਆਂਧਰਾ ਪ੍ਰਦੇਸ਼ ਤੱਕ, ਚਾਹੇ ਤੇਲੰਗਾਨਾ ਤੱਕ ਇਸ਼ਤਿਹਾਰ ਦੇ ਤੇ, ਉਹਦੇ ਵਿੱਚ ਇਹਨਾਂ ਦਾ 100 ਚੋਂ 100 ਨੰਬਰ ਹੈ। ਪੂਰਾ ਵਧੀਆ ਕੰਮ ਕੀਤਾ ਇਹਨਾਂ ਨੇ। ਠੀਕ ਹੈ ਗਦਰ ਸਾਹਿਬ ਕਾਫੀ ਤਿਆਰੀ ਤੁਸੀਂ ਵੀ ਕਰਕੇ ਆਏ ਹੋ ਮੈਨੂੰ ਲੱਗਦਾ। ਹਾਲਾਂਕਿ ਤਿਆਰੀ ਵੈਸੇ ਸਰਕਾਰ ਦੀ ਹੋਣੀ ਚਾਹੀਦੀ ਸੀਗੀ, ਹਾਲਾਂਕਿ ਠੀਕ ਤਾਂ ਨਹੀਂ ਲੱਗ ਰਿਹਾ ਕਿ ਬੈਠੇ ਨਹੀਂ, ਕਿਉਂਕਿ ਆਨਸਰ ਤੁਸੀਂ ਵੀ ਭਾਲਦੇ ਹੋਵੋਗੇ। ਸਵਾਲ ਮੇਰੇ ਕੋਲ ਵੀ ਹੈ, ਤੁਹਾਡੇ ਕੋਲ ਵੀ ਹੈਗੇ ਆ, ਹੁਣ ਜਵਾਬ ਕਿੱਥੋਂ ਆਣਗੇ? ਪਰ ਗੱਲ ਇਹ ਹੈ, ਸੁਣ ਤਾਂ ਰਹੇ ਆ, ਜਵਾਬ ਦੇ ਦੇਣ ਤਾਂ ਚੰਗੀ ਗੱਲ ਹੈ, ਪਰ ਕੀ ਸਮਝੀਏ ਅੱਜ, ਕਿਉਂਕਿ 1 ਸਾਲ ਬੀਤ ਗਿਆ, 4 ਸਾਲ ਅਜੇ ਰਹਿੰਦੇ ਆ। ਵਾਲੀਆ ਜੀ ਦੇਖੋ, ਆਪਣਾ ਕੱਢਣ ਪਾਉਣ ਨੂੰ ਤਾਂ ਕੁਝ ਵੀ ਨਹੀਂ ਆ। 1 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੀਤ ਗਿਆ। ਇਹਨਾਂ ਨੇ ਕਿਹਾ ਹੈਗਾ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਹੈਗਾ। ਇੱਕ ਬਹੁਤ ਵੱਡਾ, ਇੱਕ ਕਾਮਨ ਜਿਹਾ ਨਾਂ ਸੁਣਨ ਨੂੰ ਬੜਾ ਹੀ ਸੋਹਣਾ ਲੱਗਦਾ, ਰੰਗਲਾ ਪੰਜਾਬ, ਪਰ ਇਹਨਾਂ ਨੇ ਕੰਗਲਾ ਪੰਜਾਬ ਬਣਾਤਾ, ਕੰਗਾਲ ਕਰਤਾ, ਕਰਜ਼ਾ ਹੋਰ ਚੁੱਕ ਲਿਆ। ਜਦੋਂ ਕਿ ਇਹਨਾਂ ਦਾ ਮੇਜਰ ਵੱਡਾ ਵਾਅਦਾ ਸੀਗਾ ਕਿ ਅਸੀਂ ਇੱਥੋਂ ਰਿਸੋਰਸਸ ਲੈ ਕੇ ਆਵਾਂਗੇ, ਰੇਤੇ ਚੋਂ ਲੈ ਲਾਂਗੇ, ਕਰਪਸ਼ਨ ਬੰਦ ਹੋ ਜਾਏਗੀ, ਇੱਥੋਂ ਰਿਸੋਰਸਸ ਜਨਰੇਟ ਹੋ ਜਾਣਗੇ, ਐਕਸਾਈਜ਼ ਪਾਲਿਸੀ ਚੋਂ ਪੈਸਾ ਇੰਨਾ ਆ ਜਾਣਾ ਹੈਗਾ। ਲੇਕਿਨ ਤੁਹਾਨੂੰ ਪਤਾ ਹੈਗਾ ਆ ਵਾਲੀਆ ਜੀ ਕਿ ਇਹਨਾਂ ਨੇ ਇਸ ਸਾਲ ਦੇ ਵਿੱਚ, ਪਹਿਲੇ ਸਾਲ ਦੇ ਵਿੱਚ ਜਿਹੜਾ ਹੈਗਾ ਆ ਤਕਰੀਬਨ 42,922 ਕਰੋੜ 42,922 ਕਰੋੜ ਕਰਜ਼ਾ ਚੁੱਕਿਆ। ਔਰ ਭਗਵੰਤ ਮਾਨ ਜੀ, ਮਾਨਯੋਗ ਮੁੱਖ ਮੰਤਰੀ ਜੀ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਅਸੀਂ 15,000 ਮੂਲਧਨ ਮੋੜਿਆ, 20,000 ਅਸੀਂ ਮੋੜਿਆ ਆਪਣਾ ਵਿਆਜ, 35,000 ਕਰੋੜ ਅਸੀਂ ਮੋੜਿਆ। ਲੇਕਿਨ ਕਰਜ਼ਾ ਕਿੰਨਾ ਚੁੱਕਿਆ? 42,922 ਕਰੋੜ। ਹੁਣ ਇਹਨਾਂ ਨੇ ਆਪਣਾ ਜਿਹੜਾ 1,55,000 ਦਾ ਬਜਟ ਪੇਸ਼ ਕੀਤਾ ਸੀ ਪਿਛਲੀ ਮਾਰਚ ਦੇ ਵਿੱਚ, ਉਹਦੇ ਅਗੇਂਸਟ 98,000 ਦੀ ਰਸੀਟ ਹੈ, ਜਿਹੜਾ ਆਪਣਾ ਪੈਸਾ ਆਇਆ, ਰੈਵਨਿਊ ਆਇਆ, ਕਮਾਈ ਹੋਈ, ਜਿਹੜੀ ਉਹ ਕਮਾਈ ਹੋਈ 98,000 ਕਰੋੜ ਹੈ। ਔਰ ਖਰਚਾ ਕਿੰਨਾ ਹੋਇਆ? 1,23,441 ਕਰੋੜ। ਤੁਸੀਂ ਆਪਣਾ 98 ਆਮਦਨ ਤੇ ਰੁਪਈਆ ਖਰਚੇ ਦੇ ਨਾਲ ਸਟੇਟ ਨੂੰ ਕੰਗਲਾ ਪੰਜਾਬ ਕਹੋਗੇ ਜਾਂ ਰੰਗਲਾ ਪੰਜਾਬ ਕਹੋਗੇ? ਤੁਸੀਂ ਹੁਣ ਇਹ ਦੱਸੋ ਵਾਲੀਆ ਜੀ ਕਿ ਇੱਕ ਗੱਲੋਂ ਮੈਂ ਇਹਨਾਂ ਦੀ ਜ਼ਰੂਰ ਦਾਦ ਦਵਾਂਗਾ ਕਿ ਬਹੁਤ ਸਾਰੇ ਐਮਐਲਏ ਸਾਹਿਬਾਨ ਨੇ ਵਿਆਹ ਕਰਵਾਏ ਆ, ਇਨਕਲੂਡਿੰਗ ਮਾਨਯੋਗ ਮੁੱਖ ਮੰਤਰੀ। ਉਹਨਾਂ ਦੇ ਵਾਸਤੇ ਤਾਂ ਇਹ ਬਹੁਤ ਰੰਗਲਾ ਸਾਬਤ ਹੋਇਆ, ਰੰਗਲਾ ਸਮਾਂ ਸਾਬਤ ਹੋਇਆ। ਸਰ ਉਹ ਤਾਂ ਪਰਸਨਲ ਸੀਗਾ, ਸਰ ਪਰਸਨਲ ਹੈ, ਲੇਕਿਨ ਪੰਜਾਬ ਨੂੰ ਕੀ ਦਿੱਤਾ? ਜਿਹੜੀ ਐਡੀ ਵੱਡੀ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਸੁੱਟੀ ਸੀ। ਸਰ ਹੁਣ ਵਿਆਹਣ ਵਾਲੀ ਉਮਰ ਹੋ ਗਈ ਤਾਂ ਫਿਰ ਆਪਾਂ ਹੁਣ ਵਿਆਹ ਤੇ ਕਿਤੇ ਅੜਚਨ ਪਾ ਦੀ, ਪਰ ਸਵਾਲ ਇੱਥੇ ਖੜਾ ਹੀ ਹੋ ਗਿਆ। ਮੈਂ ਤੇ ਗੱਲ ਇਹ ਕਰਦਾ ਵਾਲੀਆ ਜੀ, ਰੰਗਲਾ ਤੇ ਕੰਗਲਾ ਦੀ। ਰੰਗਲਾ ਅਸੀਂ ਕਿਵੇਂ ਕਹਿ ਸਕਦੇ ਹਾਂ? ਮੈਨੂੰ ਇਹ ਦੱਸੋ। ਮਗਰ ਰੰਗ ਹੈ ਨਹੀਂ ਬਿਲਕੁਲ ਵੀ ਇੱਥੇ, ਬਿਲਕੁਲ ਨਹੀਂ ਹੈਗਾ। ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਆਪਣਾ ਜਿਹੜਾ ਆਪਣਾ ਇਹਨਾਂ ਨੇ ਹੈਲਥ ਦਾ ਇਸ਼ੂ ਲਿਆ, 500 ਕਿੰਨੀਆਂ ਕਲੀਨਿਕ ਇਹਨਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਅਸੀਂ ਖੋਲ ਦਿੱਤੀਆਂ। ਉਹਦੇ ਵਿੱਚ ਸੈਂਟਰ ਗਵਰਨਮੈਂਟ ਨੇ ਕੀ ਕਿਹਾ? ਆਫਟਰ ਸੈਂਟਰ ਥ੍ਰੈਟ ਟੂ ਸਟਾਪ ਫੰਡਸ, ਪੰਜਾਬ ਮੇ ਟਵੀਕ ਬ੍ਰਾਂਡਿੰਗ ਆਫ ਆਮ ਆਦਮੀ ਕਲੀਨਿਕਸ। ਇਹ ਆਪਣੀ ਅੱਜ ਦੀ ਇੰਡੀਅਨ ਐਕਸਪ੍ਰੈਸ ਹੈ, ਕਿਉਂਕਿ ਭਾਰਤ ਸਰਕਾਰ ਨੇ ਇਹਨਾਂ ਨੂੰ ਆਪਣਾ ਜਿਹੜੇ ਪੈਸੇ ਭੇਜੇ ਸੀਗੇ ਉਹ ਆਯੁਸ਼ਮਾਨ ਯੋਜਨਾ ਦੇ ਤਹਿਤ 60-40 ਦੀ ਰੇਸ਼ੋ 'ਚ ਭੇਜੇ ਸੀ। 60% ਪੈਸਾ ਭਾਰਤ ਸਰਕਾਰ ਦਾ ਆ, ਔਰ ਇਹਨਾਂ ਨੇ ਉੱਤੇ ਮਾਨਯੋਗ ਮੁੱਖ ਮੰਤਰੀ ਦੀ ਫੋਟੋ ਲਾ ਕੇ ਉਹਨੂੰ ਆਮ ਆਦਮੀ ਕਲੀਨਿਕ ਬਣਾ ਦਿੱਤਾ। ਤੇ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਕਿ ਜੇ ਤੁਸੀਂ ਇਹਦਾ ਮਿਸਯੂਜ਼ ਕਰੋਗੇ ਅਸੀਂ ਤੁਹਾਨੂੰ ਪੈਸਾ ਨਹੀਂ ਦੇਵਾਂਗੇ। ਤੇ ਇਸ ਕਰਕੇ ਹੁਣ ਇਹਨਾਂ ਦੇ ਵਿਚਾਰ ਚੱਲ ਰਿਹਾ ਕਿ ਮਾਨਯੋਗ ਮੁੱਖ ਮੰਤਰੀ ਦੀ ਫੋਟੋ ਹਟਾ ਦਿੱਤੀ ਜਾਵੇ ਤੇ ਇਹਨੂੰ ਆਪਣਾ ਜਾਂ ਕੋਈ ਹੋਰ ਤਰੀਕਾ ਲੱਭਿਆ ਜਾਵੇ ਕਿ ਫੋਟੋ ਵੀ ਰਹਿ ਜਾਵੇ ਤੇ ਉਹ ਵੀ ਰਹਿ ਜਾਵੇ। ਮੋਦੀ ਜੀ ਦੇ ਨਾਲ ਲਾ ਦੋ ਫਿਰ ਠੀਕ ਹੈ। ਨਹੀਂ, ਅਸੀਂ ਬਿਲਕੁਲ ਨਹੀਂ ਚਾਹੁੰਦੇ ਹੈਗੇ, ਕਿਉਂਕਿ ਇਹ ਕੋਈ ਪੰਜਾਬ ਦੀ ਸਕੀਮ ਨਹੀਂ ਹੈ ਵਾਲੀਆ ਜੀ। ਇਹ ਸਕੀਮ ਹੈਗੀ ਆ ਭਾਰਤ ਸਰਕਾਰ ਦੀ, ਔਰ ਇਸ ਤਰ੍ਹਾਂ ਦੇ 1.5 ਲੱਖ ਆਯੁਸ਼ਮਾਨ ਯੋਜਨਾ ਦੇ ਤਹਿਤ ਸੈਂਟਰ ਚੱਲ ਰਹੇ ਆ। ਹੁਣ ਮੈਂ ਤੁਹਾਨੂੰ ਦੂਜੀਆਂ ਗੱਲਾਂ ਦੱਸਦਾ ਜੀ। ਆਪਣਾ ਇਹਨਾਂ ਨੇ ਆਪਣਾ ਅੱਜ ਇੱਕ ਟ੍ਰਿਬਿਊਨ ਦੇ ਵਿੱਚ ਆ, ਬਾਕੀ ਅਖਬਾਰਾਂ 'ਚ ਤਾਂ ਨਹੀਂ ਮੈਂ ਕਿਤੇ ਦੇਖਿਆ, 1 ਸਾਲ ਪੰਜਾਬ ਦੇ ਨਾਲ ਆਪਣਾ ਮਾਨਯੋਗ ਭਗਵੰਤ ਮਾਨ ਜੀ ਦੀ ਫੋਟੋ ਲਾ ਕੇ ਬਹੁਤ ਸਾਰੀਆਂ ਇਹਨਾਂ ਦੀਆਂ ਅਚੀਵਮੈਂਟ ਦਿਖਾਈਆਂ ਹੈਗੀਆਂ। ਮੈਂ ਇਹਨਾਂ ਦੇ ਉੱਤੇ ਤੁਹਾਨੂੰ ਇੱਕ ਇੱਕ ਕਰਕੇ ਦੱਸਣਾ ਚਾਹਨਾ ਆ ਕਿ ਆਪਣਾ 30% ਲੈਸ ਸਟਬਲ ਬਰਨਿੰਗ ਦੇ ਉੱਤੇ ਵੀ ਇਹਨਾਂ ਨੇ ਇੱਕ ਦਿੱਤਾ ਹੈਗਾ ਕਿ ਸਾਡੀ ਅਚੀਵਮੈਂਟ ਹੈ। ਲੇਕਿਨ ਪਰਾਲੀ ਦਾ ਪ੍ਰਬੰਧਨ 2440 ਕਰੋੜ ਰੁਪਇਆ ਭਾਰਤ ਸਰਕਾਰ ਨੇ ਭੇਜਿਆ। ਪੂਰੇ ਇੰਡੀਆ ਦਾ ਸਟਬਲ ਬਰਨਿੰਗ ਦਾ 47% ਕੱਲਾ ਪੰਜਾਬ ਨੂੰ ਦਿੱਤਾ। ਉਹ ਤਾਂ ਇਹਨਾਂ ਨੇ ਜ਼ਿਕਰ ਨਹੀਂ ਕੀਤਾ।
ਇਹਨਾਂ ਨੇ ਖੁਦ ਕੀ ਕੀਤਾ ਉਹਦੇ ਬਾਰੇ ਕੁਝ ਨਹੀਂ ਦੱਸਿਆ। ਨੰਬਰ 1 26,797 ਨੌਕਰੀਆਂ ਵਾਲੀਆ ਜੀ ਜਿਹੜੀਆਂ ਸਰਕਾਰੀ ਨੌਕਰੀਆਂ ਹੈਗੀਆਂ ਜਿੱਥੇ ਕੋਈ ਰਿਟਾਇਰ ਹੋ ਗਿਆ ਪੋਸਟਾਂ ਖਾਲੀ ਪਈਆਂ ਸਰਕਾਰ ਨੂੰ ਚਲਾਉਣ ਵਾਸਤੇ ਉਹ ਨੌਕਰੀਆਂ ਭਰਨੀਆਂ ਜ਼ਰੂਰੀ ਹੁੰਦੀਆਂ। ਜਿਹੜਾ ਪਟਵਾਰੀ ਦਾ ਕੰਮ ਆ ਪਟਵਾਰੀ ਨੇ ਕਰਨਾ ਆ, ਜਿਹੜਾ ਸਿਪਾਹੀ ਦਾ ਕੰਮ ਉਹ ਸਿਪਾਹੀ ਨੇ ਕਰਨਾ। ਇਹਨਾਂ ਨੇ ਕੀ ਖਾਸ ਕੀਤਾ 25,000 ਪੋਸਟਾਂ ਤਾਂ ਅੱਜ ਦੇ ਦਿਨ ਦੇ ਵਿੱਚ ਵੀ ਸ਼ਡਿਊਲਡ ਕਾਸਟ ਪੋਸਟਾਂ ਜਿਹੜੀਆਂ ਉਹ ਬੈਕਲੌਗ ਪਿਆ ਆ ਉਹ ਨਹੀਂ ਭਰਿਆ। ਹੁਣ ਇਹ 2% ਤੋਂ ਵੱਧ ਨਹੀਂ ਹੁੰਦੀ ਕਦੇ ਵੀ। ਠੀਕ ਹੈ ਕਿਸੇ ਕੁਇਕਲੀ ਚੱਲਦੇ ਹਾਂ ਸਰ। ਜੇ ਤੁਸੀਂ ਮੈਂ ਥੋੜਾ ਜਿਹਾ ਟਾਈਮ ਦਿਓ ਇੱਕ ਅੱਧਾ ਮਿੰਟ ਤਾਂ ਮੈਂ ਇਹ ਦੱਸਣਾ ਚਾਹਨਾ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹਨਾਂ ਨੇ ਆਪਣੇ ਦਫ਼ਤਰਾਂ 'ਚ 2 ਫੋਟੋਆਂ ਲਾਤੀਆਂ। ਇੱਕ ਆਪਣਾ ਮਾਨਯੋਗ ਸਾਡੇ ਆਪਣਾ ਸਤਕਾਰ ਜਿਹਨਾਂ ਦੇ ਸੰਵਿਧਾਨ ਦੇ ਨਿਰਮਾਤਾ ਆ ਡਾਕਟਰ BR ਅੰਬੇਡਕਰ ਦੀ, ਇੱਕ ਲਾਤੀ ਆਪਣੀ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੀ, ਬਹੁਤ ਹੀ ਸਤਿਕਾਰ ਕਰਦੇ ਸਾਰੇ ਪੰਜਾਬੀ ਵੀ ਬਹੁਤ ਸਤਿਕਾਰ ਕਰਦੇ ਆ। ਲੇਕਿਨ ਕੀ ਉਹਨਾਂ ਦੀ ਸੋਚ ਤੇ ਵਿਚਾਰਧਾਰਾ ਦੇ ਮੁਤਾਬਕ ਚੱਲੇ ਆ ਕਿ ਸਰਕਾਰ ਨੇ ਕੋਈ ਇੱਕ ਕੰਮ ਵੀ ਕੀਤਾ? ਦੇਖੋ ਆਪਣਾ 25% ਰਿਜ਼ਰਵੇਸ਼ਨ ਹੈ ਉਹ ਤਾਂ ਇਹਨਾਂ ਨੇ ਮੈਂ ਤੁਹਾਨੂੰ ਦੱਸਿਆ ਕਿ ਭਰ ਨਹੀਂ ਰਹੇ ਪੋਸਟਾਂ। SC ਕਮਿਸ਼ਨ ਦੇ 1 ਸਾਲ ਤੋਂ ਵੱਧ ਹੋ ਗਿਆ, ਹੁਣ ਸਰਕਾਰ ਨੂੰ ਦੂਜਾ ਸਾਲ ਸ਼ੁਰੂ ਹੋ ਗਿਆ। SC ਕਮਿਸ਼ਨ ਦੇ ਚੇਅਰਮੈਨ ਦੀ ਪੋਸਟ ਕਿਉਂ ਖਾਲੀ ਹੈ? 15 ਪੋਸਟਾਂ SC ਕਮਿਸ਼ਨ ਦੇ ਮੈਂਬਰ ਦੀਆਂ ਆ। ਮਤਲਬ ਕਿ ਕੁਝ ਨਹੀਂ ਕੀਤਾ। ਮੈਂ ਹਨੀ ਜੀ ਕੋਲ ਜਾ ਕੇ ਓਪਨਿੰਗ ਰਿਮਾਰਕ ਸਭ ਦਾ ਲੈ ਕੇ ਆਵਾਂ, ਮੈਂ ਕੰਮ ਨਹੀਂ ਕੀਤਾ। ਲੈ ਲਓ ਮੇਰੇ ਕੋਲ ਤਾਂ ਤੁਸੀਂ ਕੱਲੇ ਨੂੰ ਟਾਈਮ ਦੇ ਦਿਓ ਤਾਂ ਮੈਂ ਇਹਨਾਂ ਦੀਆਂ ਜਿਹੜੀਆਂ ਨਲਾਇਕੀਆਂ ਤੇ ਨਾ ਕਾਮਯਾਬੀਆਂ ਕੱਲਾ ਹੀ ਟਾਈਮ ਤੁਹਾਡਾ 1 ਘੰਟਾ ਲੈ ਸਕਦਾ। ਕੀ ਬਾਤ ਹੈ, ਕੀ ਬਾਤ ਹੈ। ਹਨੀ ਜੀ ਹੁਣ ਅਕਾਲੀ ਦਲ ਦਾ ਕੀ ਕਹਿਣਾ ਹੈਗਾ? ਦੇਖੋ 1 ਸਾਲ ਹੋ ਗਿਆ, ਮੈਂ ਹਾਲੇ 10 ਦੇ ਵਿੱਚੋਂ ਕਿੰਨੇ ਨੰਬਰ ਦਿਓਗੇ ਇਹ ਨਹੀਂ ਜਾਣਨਾ ਚਾਹ ਰਿਹਾ, ਪਰ ਪੰਜਾਬ ਦੇ ਲੋਕਾਂ ਨੂੰ ਇਹ ਥੋੜਾ ਜਿਹਾ ਜਾਣਨ ਦਾ ਅਧਿਕਾਰ ਪੂਰਾ ਹੀ ਹੈ ਕਿ ਆਖਿਰ 1 ਸਾਲ ਦੇ ਵਿੱਚ ਕੱਢਣ ਪਾਉਣ ਨੂੰ ਸੀਗਾ ਕੀ? ਕਿਉਂਕਿ ਕਾਂਗਰਸ ਦੇ ਵੱਲੋਂ ਕਿਹਾ ਕਿ ਸ਼ਾਬਾਸ਼ੀ ਉਹਨਾਂ ਨੇ ਵੀ ਦੇ ਦਿੱਤੀ ਹੈ, ਕਹਿੰਦੇ ਪ੍ਰਚਾਰ 'ਚ ਪੂਰੇ ਨੰਬਰ ਹੈ, 200 ਚ 200 ਨੰਬਰ ਦੇ ਦੇਣਗੇ। ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡੇ ਚੈਨਲ ਨੂੰ ਔਰ ਦੂਸਰੀਆਂ ਪਾਰਟੀਆਂ ਦੇ ਜਿਹੜੇ ਵੀ ਸੱਜਣ ਲੀਡਰ ਸਾਹਿਬਾਨ ਬੈਠੇ ਆ ਸਾਰਿਆਂ ਨੂੰ ਮੈਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਫਤਿਹ ਸਰ। ਔਰ ਅੱਜ 1 ਸਾਲ ਹੋ ਗਿਆ ਇਹ ਜਿਹੜਾ ਬਦਲਾਅ ਆਇਆ, ਬਦਲਾਅ ਦੇ ਨਾਂ ਤੇ ਜਿਹੜੀਆਂ ਵੋਟਾਂ ਲਈਆਂ, ਅੱਜ 1 ਸਾਲ ਹੋਣ ਤੇ ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਆ ਉਹਨਾਂ ਦੇ ਜਿੰਨੇ ਵੀ ਅਹੁਦੇਦਾਰ ਸਾਹਿਬਾਨ ਆ ਮੁੱਖ ਮੰਤਰੀ ਸਾਹਿਬ ਆ ਸਾਰਿਆਂ ਨੂੰ ਵਧਾਈ ਦਿੰਦਾ ਕਿ ਬਹੁਤ ਵੱਡਾ ਤੁਸੀਂ ਬਦਲਾਅ ਲੈ ਕੇ ਆਏ ਹੋ। ਲੋਕਾਂ ਨੇ ਬਹੁਤ ਵੱਡਾ ਤੁਹਾਨੂੰ ਫਤਵਾ ਦਿੱਤਾ ਸੀ, ਲੇਕਿਨ ਅੱਜ ਪੰਜਾਬ ਵਾਸੀ ਆਪਦੇ ਆਪ ਨੂੰ ਠੱਗਿਆ ਵਾ ਮਹਿਸੂਸ ਕਰ ਰਹੇ ਆ। ਜਿੰਨੀ ਵੋਟ ਇਹਨਾਂ ਨੂੰ ਪਈ ਆ 50% ਲੋਕ ਅੱਜ ਹੀ ਸ਼ਰੇਆਮ ਬਾਜ਼ਾਰਾਂ ਦੇ ਵਿੱਚ ਗੱਲਾਂ ਕਰਨ ਲੱਗ ਗਏ ਕਿ ਯਾਰ ਬੜੀ ਗਲਤੀ ਹੋ ਗਈ ਸਾਡੇ ਤੋਂ। ਇਹੋ ਜੇ ਨਲਾਇਕ ਉਮੀਦਵਾਰਾਂ ਨੂੰ ਵੋਟਾਂ ਪਾਤੀਆਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੰਮ ਕਿਵੇਂ ਕਰਾਉਣਾ। ਇਹੋ ਜਿਹਾ ਅਨਐਕਸਪੀਰੀਅੰਸਡ ਮੁੱਖ ਮੰਤਰੀ ਬਣਾਤਾ ਜਿਹਨੇ ਸਿਰਫ ਝੂਠ ਮਾਰ ਕੇ। ਦੇਖੋ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਜੀ, ਇੱਥੇ ਝੂਠ ਇੱਕ ਵਾਰੀ ਚੱਲ ਜਾਂਦਾ, ਲੇਕਿਨ ਜਿਹੜਾ ਝੂਠ ਮਾਰ ਕੇ ਸੱਤਾ ਵਿੱਚ ਆਉਂਦਾ ਪੰਜਾਬ ਦੇ ਲੋਕ ਉਹਨੂੰ ਬਖਸ਼ਦੇ ਨਹੀਂ। ਕਿੰਨੀਆਂ ਗਰੰਟੀਆਂ ਇਹਨਾਂ ਨੇ ਦਿੱਤੀਆਂ ਜੀ। ਸਸਤੇ ਰੇਤੇ ਦੀ ਰੋਜ਼ ਖਬਰ ਆਉਂਦੀ ਆ ਅਖਬਾਰ ਦੇ ਵਿੱਚ, ਇਹਨਾਂ ਦਾ ਕੋਈ ਨਾ ਕੋਈ ਮਿਨਿਸਟਰ ਬਿਆਨ ਦਿੰਦਾ ਕਿ ਜੀ ਜਿਹੜਾ ਮਰਜ਼ੀ ਹੁਣ ਸੇਮ ਨਾਲਿਆਂ ਤੋਂ ਭਰ ਲਓ, ਆਪਦੀਆਂ ਟਰੈਕਟਰ ਟਰਾਲੀਆਂ ਲੈ ਜਾਓ। ਤੁਸੀਂ ਮੈਨੂੰ ਇਹ ਦੱਸ ਦਿਓ, ਮੈਂ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਵਸਨੀਕ ਹਾਂ। ਸਾਡੇ ਜ਼ਿਲ੍ਹੇ ਦੇ ਵਿੱਚ ਤਾਂ ਚਾਹੇ ਮਲੋਟ ਗਿੱਦੜਵਾ ਕਿਤੇ ਚਲੇ ਜਾਓ 100 ਰੁਪਏ ਕੁਇੰਟਲ ਤੋਂ ਉੱਤੇ ਰੇਤੇ ਦਾ ਰੇਟ ਆ, ਜਿਹੜਾ ਅਕਾਲੀ ਰਾਜ ਵੇਲੇ 25 ਤੋਂ ਰਹਿ ਕੇ 35 ਰੁਪਏ ਤੱਕ ਕੁਇੰਟਲ ਨੂੰ ਮਿਲਦਾ ਸੀ। ਔਰ ਉਦੋਂ ਵਧੀਆ ਰੇਤਾ ਆਉਂਦਾ ਸੀ ਪਠਾਨਕੋਟ ਦਾ। ਔਰ ਇਸ ਵਕਤ ਜਿਹੜੀ ਰੇਤੇ ਦੀ ਹਾਲਤ ਉਹ ਨਿਰੀ ਮਿੱਟੀ ਵਿਕੀ ਜਾਂਦੀ ਆ। ਲੋਕ ਆਪਦੀਆਂ ਸਾਰੀਆਂ ਰੋਕੀ ਬੈਠੇ ਆ। ਮਜ਼ਦੂਰ ਗਰੀਬ ਭਰਾਵਾਂ ਨੂੰ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਸੀ, ਕਿਤੇ ਕੋਈ ਕੰਮ ਚੱਲਦੇ ਸੀ, ਉਹ ਵੀ ਕੰਮ ਬੰਦ ਪਏ ਆ। ਜੇ ਮੈਂ ਕੱਚੇ ਮੁਲਾਜ਼ਮਾਂ ਦੀ ਗੱਲ ਕਰਾਂ, NHM ਮੁਲਾਜ਼ਮਾਂ ਤੋਂ ਲੈ ਕੇ ਹੋਰ ਜਿੰਨੇ ਵੀ ਮਹਿਕਮੇ ਆ ਸਾਰਿਆਂ ਦੇ ਕੱਚੇ ਮੁਲਾਜ਼ਮ ਰੋਜ਼ ਧਰਨੇ ਤੇ ਜਾਂਦੇ ਆ ਜੀ। ਜਦੋਂ ਦੂਸਰੀਆਂ ਸਰਕਾਰਾਂ ਵੇਲੇ ਮੁਲਾਜ਼ਮ ਧਰਨੇ ਤੇ ਬੈਠਦੇ ਸੀ, ਉਦੋਂ ਮਾਨ ਸਾਹਿਬ ਉਹਨਾਂ ਦੇ ਵਿੱਚ ਜਾ ਕੇ ਬਹਿੰਦੇ ਸੀ ਤੇ ਕਹਿੰਦੇ ਸੀ ਫਿਕਰ ਨਾ ਕਰੋ, ਜੇ ਕਾਰ ਆ ਜੇ ਆਪਣੀ ਨਾਲ ਦੀ ਨਾਲ ਪੱਕਿਆਂ ਕਰਾਂਗੇ, ਪੂਰਾ ਇੱਜ਼ਤ ਮਾਣ ਕਰਾਂਗੇ। ਔਰ ਅੱਜ ਵੇਖ ਲਓ ਰੋਜ਼ ਦੇ ਮੀਡੀਆ ਦੇ ਵਿੱਚ ਹਰ ਚੈਨਲ ਤੇ ਆਉਂਦੀਆਂ ਕਿਵੇਂ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਆਪਦੇ ਹੱਕ ਲੈਣ ਲਈ ਜਾਂਦੀਆਂ ਉਹਨਾਂ ਦੇ ਸਿਰਾਂ ਦੇ ਵਿੱਚ ਕਿਵੇਂ ਡਾਂਗਾ ਪੈਂਦੀਆਂ, ਕਿਵੇਂ ਮੁਲਾਜ਼ਮ ਵਰਗ ਸਾਰਾ ਕੁੱਟਿਆ ਜਾ ਰਿਹਾ। ਜਿਹੜੇ ਪੱਕੇ ਮੁਲਾਜ਼ਮ ਸਮੇਂ ਸਿਰ ਕਿਸੇ ਦੀ ਤਨਖਾਹ ਨਹੀਂ ਆਉਂਦੀ। ਔਰ ਲਾਅ ਐਂਡ ਆਰਡਰ ਦਾ ਹਾਲ ਤਾਂ ਸਾਰੇ ਪੰਜਾਬ ਵਾਸੀ ਅੱਜ ਡਰੇ ਬੈਠੇ ਆ। ਇਹ ਬਾਹਰਲੇ ਵਿਦੇਸ਼ੀ ਕਿ ਇੱਥੇ ਹੀ
ਪ੍ਰੋਜੈਕਟ ਲਵਾਵਾਂਗੇ, ਕੋਈ ਫੈਕਟਰੀਆਂ ਲਿਆਵਾਂਗੇ, ਕੋਈ ਪਹਿਲਾਂ BMW ਲਿਆ ਰਹੇ ਸੀ। ਘੁੰਮਣ ਤਾਂ ਆਪਦਾ ਗਏ ਮਾਨ ਸਾਹਿਬ, ਜਿਵੇਂ ਸਾਡੇ ਪੁਰਾਣੇ ਅਫਸਰ ਰਹੇ ਆ, ਲੱਦੜ ਸਾਹਿਬ ਬੈਠੇ ਆ, ਇਹਨਾਂ ਨੇ ਗੱਲ ਵਿਆਹਾਂ ਦੀ ਕੀਤੀ। ਚਲੋ ਇੱਕ ਵਿਆਹ ਤਾਂ ਹਰੇਕ ਕਰਾ ਲੈਂਦਾ, ਪਰ ਮੁੱਖ ਮੰਤਰੀ ਸਾਹਿਬ ਨੇ ਦੂਜਾ ਵਿਆਹ ਕਰਾ ਕੇ ਕੀ ਇਹਨਾਂ ਨੇ ਪੰਜਾਬ ਨੂੰ, ਦੇਖੋ ਰੱਬ ਤੋਂ ਬਾਅਦ ਜੇ ਦੂਜੀ ਤਾਕਤ ਹੁੰਦੀ ਹੈ ਤਾਂ ਉਹ ਮੁੱਖ ਮੰਤਰੀ ਕੋਲੇ ਹੁੰਦੀ, ਸੂਬੇ ਦੇ ਕੋਲੇ। ਉਹਨੇ ਕੀ ਦਿਸ਼ਾ ਨਿਰਦੇਸ਼ ਦਿੱਤਾ, ਕੀ ਲੋਕਾਂ ਨੂੰ ਉਪਦੇਸ਼ ਦਿੱਤਾ, ਕੀ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਬਰਾੜ ਸਾਹਿਬ ਕਿ ਤੁਸੀਂ ਦੂਜਾ ਬਰਾੜ ਸਾਹਿਬ ਆਪਾਂ ਜਨਤਾ ਦੀ ਵੀ ਰਾਏ ਲੈ ਲੈਣੇ ਆ। ਮੈਂ ਖਾਲਿਦ ਸਾਹਿਬ ਕੋਲ ਜਾਣਾ ਹੈ, ਗੱਲ ਤੁਹਾਡੀ ਠੀਕ ਹੈ, ਤੇ ਗਰੰਟੀਆਂ ਕਿੰਨੀ ਕੁ ਪੂਰੀਆਂ ਹੋਈਆਂ ਜਨਤਾ ਤੋਂ ਵੀ ਸਰ ਜਾਣ ਲੈਣੇ ਨਾਲੋਂ ਨਾਲ, ਕਿਉਂਕਿ ਉਹਨਾਂ ਦਾ ਹੀ ਸ਼ੋਅ ਹੈ ਸਰ, ਜਨਤਾ ਦਾ ਹੀ ਸ਼ੋਅ ਹੈ। ਬਿਲਕੁਲ ਲੈ ਲੈ ਸਰ, ਮੈਂ ਆ ਰਿਹਾ ਸਰ, ਮੈਂ ਜਾ ਕੇ ਆਣਾ ਬਰਾੜ ਸਾਹਿਬ, ਮੈਂ 1 ਮਿੰਟ ਜਾ ਕੇ ਆ ਰਿਹਾ ਸਰ, ਜਾ ਕੇ ਆ ਰਿਹਾ, ਕੁਝ ਜਨਤਾ ਦੀ ਕਾਲਸ ਲੈ ਲਈ ਸਰ। ਹੈਲੋ ਸਰ ਜੀ, ਨਮਸਕਾਰ ਜੀ। ਨਮਸਕਾਰ ਜੀ ਸਰ, ਕਿੱਥੋਂ ਬੋਲ ਰਹੇ ਹੋ ਸਰ? ਸੰਗਰੂਰ ਤੋਂ ਸਰ। ਹਾਂਜੀ ਹਾਂਜੀ ਸਰ, ਦੱਸੋ ਕੀ ਕਹਿਣਾ ਚਾਹ ਰਹੇ ਹੋ? ਸਰ ਅਸੀਂ ਸਿਰਫ ਇੱਕ ਬੀਜੇਪੀ ਵਾਲੇ ਨੂੰ ਇੱਕ ਪਰਸਨਲੀ ਕੁਐਸਚਨ ਪੁੱਛਣਾ ਚਾਹੁੰਦੇ ਸੀ ਜੀ। ਹਾਂਜੀ, ਵੀ ਜੇ ਤੁਸੀਂ ਆਪ ਹੀ ਐਸਸੀ ਬੀਸੀ ਦੇ ਕੋਟੇ ਤੋਂ ਬਾਹਰ ਜਾ ਕੇ ਜਨਰਲ ਚ ਆ ਜਾਓ ਤਾਂ ਕੁਛ ਹੱਦ ਤੱਕ ਅਸੀਂ ਆਪਣੇ ਆਪ ਨੂੰ ਹੀ ਕੰਟਰੋਲ ਕਰ ਸਕਦੇ ਹਾਂਗੇ, ਬਹੁਤ ਸੁਧਾਰ ਹੋ ਜਾਊਗਾ ਜੀ। ਤੇ ਅਮੀਰ ਲੋਕ ਵੀ ਐਸਸੀ ਬੀਸੀ ਕੋਟੇ ਨੂੰ ਚੂਜ਼ ਕਰਦੇ ਨੇ ਜੀ। ਠੀਕ ਹੈ, ਬਿਲਕੁਲ ਉਹਨਾਂ ਨੇ ਸੁਣ ਲਿਆ, ਜਵਾਬ ਉਹਨਾਂ ਤੋਂ ਲੈ ਲਾਂਗੇ ਕਿ ਲੱਦੜ ਸਾਹਿਬ ਬਾਕੀਆਂ ਦੀ ਵੀ ਗੱਲ ਕਰ ਲਿਆ ਕਰੋ, ਸਿਵਾਏ ਸਿਰਫ ਐਸਸੀ ਬੀਸੀ ਦੀ ਗੱਲ ਕਰਨ ਦੀ, ਸਾਰੇ ਆਪਣੇ ਹੈਗੇ, ਸਾਰਿਆਂ ਦੀ ਗੱਲ ਕਰ ਲਿਆ ਕਰੋ। ਠੀਕ ਹੈ ਸਰ, ਜਵਾਬ ਲੈ ਲਾਂਗਾ, ਧੰਨਵਾਦ ਸਰ। ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ, ਕੀ ਕਹਿਣਾ ਚਾਹ ਰਹੇ ਹੋ ਸਰ? ਅਸੀਂ ਸਰ ਅੱਜ ਦੀ ਜਿਹੜੀ ਡਿਬੇਟ ਚੱਲਦੀ ਪਈ ਹੈ ਕਿ 1 ਸਾਲ ਆਮ ਆਦਮੀ ਪਾਰਟੀ ਸਰਕਾਰ ਨੂੰ ਹੋ ਗਿਆ ਜੀ, ਉਸ ਦੀ ਕਾਰਗੁਜ਼ਾਰੀ ਕਿਹੋ ਜੀ ਰਹੀ ਜੀ? ਜੋ ਪਿਛਲੇ ਸਮਿਆਂ ਵਿੱਚ ਇਹਨਾਂ ਅਕਾਲੀ ਦਲ ਦੇ ਵੀ ਬੈਠੇ ਆ ਇੱਥੇ ਮੈਂਬਰ, ਕਾਂਗਰਸ ਦੇ ਵੀ ਬੈਠੇ ਆ, ਬੀਜੇਪੀ ਦੀ ਵੀ ਬੈਠੇ ਆ, ਜਦ ਕਿ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਰਿਹਾ ਆ। ਇਹਨਾਂ ਸਰਕਾਰਾਂ ਨੇ ਲੁੱਟਿਆ ਹੀ ਆ ਪੰਜਾਬ ਤੋਂ, ਚਾਹੇ ਉਹ ਕਾਂਗਰਸ ਦਾ ਚਿਹਰਾ ਹੋਵੇ, ਚਾਹੇ ਅਕਾਲੀ ਦਲ ਦਾ, ਚਾਹੇ ਬੀਜੇਪੀ ਦਾ। ਸਰ ਇਹਨਾਂ ਨੇ ਲੁੱਟਿਆ ਤਾਂ ਸਰ ਹੁਣ ਠੀਕ ਚੱਲ ਰਿਹਾ ਸਰ, 1 ਸਾਲ ਠੀਕ ਰਿਹਾ, ਤੁਸੀਂ ਉਸ ਦੇ ਬਾਰੇ ਵੀ ਦੱਸੋ ਨਾ ਸਰ। ਦੇਖੋ ਜੀ, ਦੇਖੋ ਅਸੀਂ ਹੁਣ ਇਹ ਚਾਹੁੰਦੇ ਆ ਕਿ ਜੇਕਰ ਕੋਈ ਮੁੱਖ ਮੰਤਰੀ ਬਣਿਆ ਤੇ ਉਹ ਠਾਹ ਸੋਟਾ ਇੱਕ ਵਾਰੀ ਜੇ ਉਹਦੇ ਮੂੰਹੋਂ ਕੁਛ ਨਿਕਲ ਗਿਆ ਜਾਂ ਕੋਈ ਐਲਾਨ ਕਰ ਦਿੱਤੇ ਆ ਤੇ ਉਹ ਮੌਕੇ ਤੇ ਪੂਰੇ ਕਰ ਦਿੱਤੇ ਜਾਣ। ਐ ਤਾਂ ਨਹੀਂ ਹੁੰਦਾ ਨਾ, ਇਹਨਾਂ ਨੇ ਵੀ ਬਹੁਤ ਐਲਾਨ ਕੀਤੇ, ਕਾਂਗਰਸ ਦੇ ਚੰਨੀ ਜੀ ਬਣੇ ਸੀਗੇ, ਇਹਨਾਂ ਨੇ ਬਹੁਤ ਐਲਾਨ ਕੀਤੇ ਕਿ ਅਸੀਂ 24 ਘੰਟੇ ਚ ਨਸ਼ਾ ਬੰਦ ਕਰ ਦਿਆਂਗੇ। ਬਰਾੜ ਸਾਹਿਬ ਇੱਕ ਮਿੰਟ ਆਪਾਂ ਸਵਾਲ ਲੈ ਲਈ, ਤੁਸੀਂ ਜਵਾਬ ਦੇ ਦਿਓ ਸਰ, ਕੋਈ ਗੱਲ ਨਹੀਂ, ਕਿਉਂਕਿ ਜਨਤਾ ਸਭ ਤੋਂ ਉੱਪਰ ਹੈ ਸਰ, ਇਹਨਾਂ ਤੋਂ ਉੱਪਰ ਕੋਈ ਨਹੀਂ ਸਰ, ਇਹ ਉੱਪਰ ਪਰਮਾਤਮਾ, ਨੀਚੇ ਜਨਤਾ ਹੈ ਸਰ। ਆਪਾਂ ਉਹਨਾਂ ਦੇ ਸਵਾਲ ਲੈ ਲਿਓ ਕਿਰਪਾ ਪਲੀਜ਼। ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਕਿ ਐਲਾਨ ਕਰ ਦੇਣੇ, ਪੂਰੇ ਨਹੀਂ ਕਰਨੇ, ਪਰ ਜੇ ਐਲਾਨ ਹੋਇਆ ਤਾਂ ਸਮਾਂ ਇਹਨਾਂ ਨੂੰ ਹੋਰ ਦੇਣਾ ਚਾਹੀਦਾ। ਧੰਨਵਾਦ ਸਰ, 1-2 ਕਾਲਸ ਹੋਰ ਲੈ ਕੇ ਮੈਂ ਆਉਣਾ ਸਰ ਫਿਰ। ਹੈਲੋ ਹੈਲੋ ਆਵਾਜ਼ ਮਿਲ ਪਾ ਰਹੀ ਹੈ ਸਰ? ਹੈਲੋ ठीक है सर, मैं खालिद साहब को एक बार जाके आ रहा है, सबको दोबारा आना सर। खालिद जी 1 साल पूरा हो गया, 1 साल सर पूरा हो गया, ਗਰੰਟੀਆਂ ਪੂਰੀਆਂ ਦੇ ਵਿੱਚ ਕਹਿੰਦੇ 300 ਯੂਨਿਟ ਮੁਫਤ ਬਿਜਲੀ ਹਰ ਮਹੀਨਾ, ਮਤਲਬ ਕਿ ਸਾਈਕਲ ਆਪਣਾ 2 ਮਹੀਨੇ ਦਾ ਹੁੰਦਾ, ਚੱਕਰ ਜਿਹੜਾ ਆਪਣੇ ਘਰ 'ਚ ਬਿੱਲ ਆਉਂਦਾ ਹੈ ਉਹ 2 ਮਹੀਨੇ ਦਾ ਆਉਂਦਾ। 600 ਯੂਨਿਟ ਮੁਫਤ ਬਿਜਲੀ ਕਹਿੰਦੇ ਅਸੀਂ ਦੇਤੀ, ਠੀਕ ਹੈ। ਬਿਜਲੀ ਦੇ ਪੈਂਡਿੰਗ ਘਰੇਲੂ ਜਿਹੜੇ ਬਿੱਲ ਸੀਗੇ ਕਹਿੰਦੇ ਉਹ ਪੁਰਾਣੇ ਅਸੀਂ ਮਾਫ ਕਰਤੇ। ਰੇਤਾ ਸਸਤਾ ਹੋ ਗਿਆ, ਬਰਾੜ ਸਾਹਿਬ ਕਹਿੰਦੇ ਇਹਨਾਂ ਦੇ ਇਲਾਕੇ ਮੁਕਤਸਰ ਵਾਲੇ ਪਾਸੇ ਜਿਹੜਾ ਹੈ ਉੱਥੇ ਸੈਂਕੜੇ ਦੇ ਹਿਸਾਬ ਨਾਲ ਮਿਲਦਾ, ਯਾਨੀ 100 ਰੁਪਏ ਤੋਂ ਉੱਪਰ ਮਿਲਦਾ ਪਿਆ, ਠੀਕ ਹੈ। ਅਗਰ ਕੁਝ ਕਾਲਾਂ ਆਉਂਦੀਆਂ ਤਾਂ ਉਹ ਵੀ ਜਾਣ ਲੈਂਦੇ ਉਸ ਇਲਾਕੇ ਤੋਂ ਵੀ। ਅਧਿਆਪਕਾਂ ਨੂੰ ਕਹਿੰਦੇ ਵਿਦੇਸ਼ਾਂ 'ਚ ਸਿਖਲਾਈ ਦਿੱਤੀ ਹੈ, ਕਹਿੰਦੇ ਕੁਝ ਗਰੰਟੀਆਂ ਪੂਰੀਆਂ ਕਰਤੀਆਂ, ਹਾਲੇ 4 ਸਾਲ ਪਏ ਆ, ਹਾਫ ਟੈਨਿਓਰ ਵੀ ਨਹੀਂ ਹੋਈ, 1 ਸਾਲ 'ਚ ਕਹਿੰਦੇ ਇੰਨੇ ਮਾਰ ਲਏ ਆ। ਹਾਊ ਡੂ ਯੂ ਸੀ ਐਂਡ ਇਵੈਲੂਏਟ 1 ਈਅਰ ਪਰਫਾਰਮੈਂਸ ਆਫ ਦਿਸ ਗਵਰਨਮੈਂਟ ਸਰ? ਦੇਖੋ ਜਿਹੜੀ ਪਰਫਾਰਮੈਂਸ ਹੈ ਬੜੀ ਮਿਕਸ ਜੀ ਪਰਫਾਰਮੈਂਸ ਹੈ। ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੇ ਕੁਝ ਨਹੀਂ ਕੀਤਾ, ਔਰ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਾਰੀਆਂ ਗਰੰਟੀਆਂ ਪੂਰੀਆਂ ਕਰ ਲਈਆਂ। ਦੇਖੋ ਕਈ ਚੀਜ਼ਾਂ ਜਿਹੜੀਆਂ ਹੈਗੀਆਂ, ਜਿਵੇਂ ਕਿ ਮੇਰੇ ਤੋਂ ਪਹਿਲਾਂ ਕਈ ਬੁਲਾਰਿਆਂ ਨੇ ਗੱਲ ਕੀਤੀ ਹੈ ਜੀ, ਜਿਹੜੀਆਂ ਪਾਈਪਲਾਈਨ ਦੇ ਵਿੱਚ ਚੀਜ਼ਾਂ ਜਿਹੜੀਆਂ ਕਿ ਕਹਿੰਦੇ ਸੀ ਅਸੀਂ ਪੂਰੀਆਂ ਕਰ ਦਾਂਗੇ, ਜਿਵੇਂ ਕਿ ਤੁਹਾਡੀ 올ਡ ਪੈਨਸ਼ਨ ਸਕੀਮ, ਉਹ ਸਿਰਫ ਅਨਾਉਂਸਮੈਂਟ ਹੋਈ ਹੈ, ਜਾਂ ਇਹਨਾਂ ਨੇ ਕਿਹਾ ਕਿ ਅਸੀਂ ਸਕੂਲ 117 ਆਇਡੈਂਟੀਫਾਈ ਕੀਤੇ ਆ, ਸਿਰਫ ਅਜੇ ਉੱਥੇ ਹੋਇਆ ਅਜੇ ਕੁਝ ਨਹੀਂ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਅਗਰ ਕੋਈ ਸ਼ਹੀਦ ਹੋ ਜਾਂਦਾ ਹੈ 50 ਲੱਖ ਤੋਂ ਅਸੀਂ 1 ਕਰੋੜ ਦੇ ਦਿਆਂਗੇ, ਜਾਂ ਕਈ ਅਨਾਉਂਸਮੈਂਟ ਕੀਤੀਆਂ। ਲੇਕਿਨ ਮੇਰਾ ਜਿਹੜਾ ਕੰਸਰਨ ਹੈ ਸਭ ਤੋਂ ਵੱਡਾ ਨਾ ਵਾਲੀਆ ਸਾਹਿਬ, ਉਹ ਇਹ ਚੀਜ਼ ਨਹੀਂ ਹੈ ਕਿ ਉਹਨਾਂ ਨੇ ਕਿੰਨਾ ਕੀਤਾ ਜਾਂ ਕਿੰਨਾ ਨਹੀਂ ਕੀਤਾ। ਜਿਹੜੇ ਚੈਲੰਜ ਹੈ ਸਰਕਾਰ ਦੇ ਸਾਹਮਣੇ ਉਹ ਬੜੇ ਜ਼ਬਰਦਸਤ ਹੈ, ਉਹ ਆਪਾਂ ਨੂੰ ਸਮਝਣੇ ਚਾਹੀਦੇ ਹੈ, ਔਰ ਸਾਰੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਵੀ ਸਮਝਣੇ ਚਾਹੀਦੇ ਹੈ। ਦੇਖੋ ਇੱਕ ਤਾਂ ਰੈਡੀਕਲ ਥ੍ਰੈਟ ਜਿਹੜਾ ਹੈਗਾ, ਜਿਹੜਾ ਅੰਮ੍ਰਿਤਪਾਲ ਦਾ ਅੱਗੇ ਆਉਣਾ, ਪਤਾ ਨਹੀਂ ਕਿੱਥੋਂ ਕਿਵੇਂ, ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਸਾਡੇ ਪਰ ਇਲਜ਼ਾਮ ਫੇਰ ਲੱਗਣਾ ਸ਼ੁਰੂ ਹੋ ਗਿਆ ਕਿ ਇੱਥੇ ਖਾਲਿਸਤਾਨ ਮੂਵਮੈਂਟ ਚੱਲ ਰਹੀ ਹੈ, ਅੱਗੇ ਆ ਰਹੀ ਹੈ ਵਗੈਰਾ। ਦੂਸਰੇ ਜਿਹੜਾ CM ਤੇ ਗਵਰਨਰ ਦਾ ਰਿਫਟ ਹੈ,
ਉਹਦੇ ਨਾਲ ਸਾਡੀ ਐਡਮਿਨਿਸਟ੍ਰੇਸ਼ਨ ਦੇ ਉੱਪਰ ਕਿੰਨਾ ਪ੍ਰਭਾਵ ਪਏਗਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਜਿਹੜੀ ਫਾਈਨੈਂਸ਼ੀਅਲ ਪ੍ਰੋਬਲਮਸ ਹੈਗੀਆਂ ਉਹ ਤਾਂ ਵੱਧਦੀ ਜਾ ਰਹੀਆਂ, ਜਿਵੇਂ ਕਿ ਲੱਦਰ ਸਾਹਿਬ ਨੇ ਵੀ ਕਿਹਾ ਹੈ। ਤੁਸੀਂ ਇਹ ਦੇਖੋ ਕਰਜ਼ਾ ਜਿਹੜਾ ਹੈਗਾ ਵੱਧਦਾ ਜਾ ਰਿਹਾ ਹੈ, ਔਰ ਅਗਲੇ ਸਾਲ ਦਾ ਵੀ ਹੈਗਾ ਕਿ 34,000 ਕਰੋੜ ਰੁਪਏ ਅਸੀਂ ਅਗਲੇ ਸਾਲ ਵੀ ਕਰਜ਼ਾ ਲੈ ਲੈਣਾ। ਜਿਹੜਾ ਤੁਹਾਡਾ ਰੈਵਨਿਊ ਰਿਸੀਟ ਹੈ 98,000 ਕਰੋੜ ਹੈ, ਐਕਸਪੈਂਡੀਚਰ 1,23,000 ਕਰੋੜ, ਤੇ ਰੈਵਨਿਊ ਡੈਫਿਸਿਟ ਵੀ ਹੈ ਔਰ ਫਾਈਨੈਂਸ਼ੀਅਲ ਡੈਫਿਸਿਟ ਹੋਰ ਵੀ ਜ਼ਿਆਦਾ ਹੈਗਾ, ਤਕਰੀਬਨ 34,000 ਕਰੋੜ ਰੁਪਏ। ਠੀਕ ਹੈ। ਇੰਡੀਆ ਦੇ ਵਿੱਚ ਵਾਲੀਆ ਸਾਹਿਬ ਸਭ ਤੋਂ ਜ਼ਿਆਦਾ ਅਗਰ ਕਰਜ਼ੇ ਤੇ ਜਿਹੜਾ ਸਟੇਟ ਦਾ GDP ਹੈ ਉਹਦੀ ਰੇਸ਼ੀਓ ਹੈ ਉਹ ਸਭ ਤੋਂ ਜ਼ਿਆਦਾ ਤਕਰੀਬਨ 46-47% ਪੰਜਾਬ ਦੀ ਹੈ, ਕਿਉਂਕਿ ਪੰਜਾਬ ਛੋਟਾ ਸਟੇਟ ਹੈ, ਸਾਡੇ ਬੜੇ ਲਿਮਿਟਿਡ ਰਿਸੋਰਸਿਸ ਹੈ। ਇਹ ਇੱਕ ਬਹੁਤ ਵੱਡਾ ਚੈਲੰਜ ਹੈਗਾ। ਆਮਦਨੀ ਜਿਹੜੀ ਹੈਗੀ ਸਾਡੀ ਵੱਧ ਨਹੀਂ ਜੀ, ਜਿਹੜੀ ਆਪਾਂ ਕਹਿੰਦੇ ਸੀ ਜੀ ਕਿ 22,000 ਕਰੋੜ ਰੁਪਇਆ ਤਾਂ ਅਸੀਂ ਸਿਰਫ ਖੱਡਾਂ 'ਚ ਲੈ ਲਿਆ ਕਰਾਂਗੇ, ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ, ਬਲਕਿ ਕਰਜ਼ਾ ਜਿਹੜਾ ਹੈਗਾ ਵੱਧਦਾ ਜਾ ਰਿਹਾ ਹੈ। ਔਰ ਫਿਰ ਤੁਸੀਂ ਦੇਖੋ ਕਿ ਜਿਹੜੀ 1,000 ਰੁਪਇਆ ਹਰ ਬੀਬੀ ਨੂੰ ਦੇਣਾ ਸੀਗਾ, ਉਸ ਵੇਲੇ ਤਾਂ ਇਹ ਕਿਹਾ ਸੀਗਾ ਕੇਜਰੀਵਾਲ ਸਾਹਿਬ ਨੇ ਡਿਊਰਿੰਗ ਦਾ ਇਲੈਕਸ਼ਨ ਕਿ ਨਹੀਂ ਕੋਈ ਕੰਮ ਕਰਦੀ ਹੋਵੇ ਨਾ ਕਰਦੀ ਹੋਵੇ ਸਭ ਨੂੰ 1,000 ਰੁਪਇਆ ਜਿਹੜਾ ਹੈਗਾ ਸਿੱਧਾ ਮਤਲਬ ਨਾ ਹੋ ਸਕਦਾ। ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਸ ਤਰ੍ਹਾਂ ਦੇ ਸਾਡੀਆਂ ਜਿਹੜੀਆਂ ਜਿਹਨੂੰ ਕਹਿੰਦੇ ਆਪਾਂ ਸਬਸਿਡੀਜ਼ ਹੈ 20,000 ਕਰੋੜ ਰੁਪਏ ਦੀਆਂ ਆਪਾਂ ਸਬਸਿਡੀਜ਼ ਦੇ ਕੇ ਜਿਹੜੀ ਹੈਗੀ ਹੈ ਤਨਖਾਹਾਂ ਦੇ ਕੇ ਪੈਨਸ਼ਨਾਂ ਦੇ ਕੇ ਔਰ ਜਿਹੜਾ ਕਰਜ਼ੇ ਦੇ ਉੱਪਰ ਵਿਆਜ ਦੇਣਾ ਹੈ ਤੇ ਮੂਲ ਵਾਪਸ ਕਰਨਾ ਹੈ, ਅਗਰ ਉਹ ਸਾਰਾ ਕੁਝ ਆਪਾਂ ਕਰ ਲਈਏ ਤਾਂ ਕੈਪੀਟਲ ਐਕਸਪੈਂਡੀਚਰ ਜਿਹੜਾ ਹੈਗਾ, ਕੈਪੀਟਲ ਐਕਸਪੈਂਡੀਚਰ ਮੀਨਸ ਬ੍ਰਿਜ ਰੋਡ ਇਨਫਰਾਸਟ੍ਰਕਚਰ, ਉਹਦੇ ਵਾਸਤੇ ਤਾਂ ਪੈਸੇ ਕੋਈ ਨਹੀਂ ਬਚਦਾ। ਤੁਸੀਂ ਡਿਵੈਲਪਮੈਂਟ ਆਪਾਂ ਕਿੱਥੋਂ ਕਰਾਂਗੇ? ਜੇ ਕਰਾਂਗੇ ਤਾਂ ਕਰਜ਼ਾ ਲੈ ਕੇ ਕਰਾਂਗੇ, ਉਹ ਤਾਂ ਕਰਜ਼ਾ ਲੈ ਕੇ ਘਿਓ ਪੀਣ ਵਾਲੀ ਗੱਲ ਹੈਗੀ ਹੈ। ਇਸ ਕਰਕੇ ਮੈਨੂੰ ਅੱਛਾ ਫਿਰ ਇੱਕ ਹੋਰ ਚੀਜ਼ ਹੈ, ਤੁਹਾਡੀਆਂ ਯੂਨੀਵਰਸਿਟੀਆਂ ਹੈ, ਯੂਨੀਵਰਸਿਟੀ ਦੀ ਤੁਸੀਂ ਹੁਣ ਗੱਲ ਕੀਤੀ ਸੀਗੀ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚਾਰੀ ਦਾ ਬਹੁਤ ਬੁਰਾ ਹਾਲ ਹੈ, 2-2 3-3 ਮਹੀਨੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ, ਅੱਜ ਤੋਂ ਹੀ ਨਹੀਂ ਮਿਲਦੀ। ਔਰ ਕਿੰਨਾ ਚਿਰ ਤੋਂ ਇਹ ਜਿਹੜਾ ਹੈਗਾ ਸਮੱਸਿਆ ਅੱਗੇ ਵੱਧਦੀ ਇੱਥੇ ਕਿ ਪਹੁੰਚ ਗਈ ਹੈ ਕਿ ਯੂਨੀਵਰਸਿਟੀ ਨਹੀਂ ਚੱਲ ਸਕਦੀ। ਤੁਸੀਂ ਕਿਹਾ ਕਿ ਅਸੀਂ ਨਵੇਂ ਗ੍ਰੇਡ ਦਿੱਤੇ, ਏਰੀਅਰ ਕਿਸੇ ਵੀ EMPLOYE ਨੂੰ ਨਹੀਂ ਮਿਲਿਆ ਹੈ ਅੱਜ ਤੱਕ, ਚਾਹੇ ਉਹ ਟੀਚਿੰਗ ਵਾਲਾ ਹੋਵੇ ਚਾਹੇ ਨਾਨ ਟੀਚਿੰਗ ਵਾਲਾ ਹੋਵੇ। PAU ਦੇ ਜਿਹੜੇ ਟੀਚਰਸ ਹੈਗੇ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਪ੍ਰੈਸਟੀਜੀਅਸ ਯੂਨੀਵਰਸਿਟੀ ਹੈ ਜਿਹਦੇ ਸਿਰ ਤੇ ਸਾਡੀ ਐਗਰੀਕਲਚਰ ਦੀ ਕਿੰਨੀ ਚੱਲਦੀ ਹੈ, ਲੇਕਿਨ ਉੱਥੇ ਦੇ ਟੀਚਰ ਜਿਹੜੇ ਹੈਗੇ ਆ ਧਰਨੇ ਤੇ ਬੈਠੇ ਆ ਕਿੰਨਾ ਚਿਰ ਦੇ, ਗੜਵਾਸੂ ਦੇ ਇਹਦੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੋਂ ਇਦਾਂ ਲੱਗਦਾ ਹੈ ਕਿ ਸਰਕਾਰ ਸਾਹਮਣੇ ਚੈਲੰਜਸ ਬਹੁਤ ਜ਼ਿਆਦਾ ਹੈ। ਠੀਕ ਹੈ। ਔਰ ਉਹਨਾਂ ਚੈਲੰਜਸ ਨੂੰ ਦੇਖ ਕੇ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਆਮਦਨੀ ਵਧਾ ਕੇ ਮੈਂ ਆ ਰਿਹਾ ਸਰ ਵਾਪਸ ਆ ਰਿਹਾ ਹਾਂ ਮੈਂ ਕਿ ਚੈਲੰਜਸ ਬਹੁਤ ਵੱਡੇ ਹੈਗੇ, ਕੁਝ ਕਾਲਰਸ ਵੀ ਨਾਲ ਜੁੜੇ ਹੋਏ ਆ, ਕਾਲਸ ਨਾਲ ਲੈ ਕੇ ਲੋਕਾਂ ਦਾ ਫੀਡਬੈਕ ਲੈ ਕੇ ਆਪਾਂ ਨਾਲ ਚੱਲਦੇ ਰਵਾਂਗੇ ਸਰ। ਹੈਲੋ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਪਾਲ ਸਿੰਘ ਬੋਲਦਾ ਜੀ ਅਜਨਾਲੇ ਤੋਂ। ਹਾਂਜੀ ਸਰ ਭਾਜੀ ਸਾਹਿਬ ਜਿਹੜੇ ਆਪਣਾ ਲੱਦੜ ਸਾਹਿਬ ਗੱਲ ਕਰ ਰਹੇ ਜਾਂ ਹੰਦੀ ਪਟਾੜ ਕਰ ਰਹੇ ਨੇ, ਇਹ 9 ਮਾਸ ਦਾ ਇਹਨਾਂ ਦਾ ਰਿਸ਼ਤਾ ਰਿਹਾ। ਠੀਕ ਹੈ। ਜੋ ਰਿਸ਼ਤਾ ਸੀ ਉਦੋਂ ਇਹਨਾਂ ਨੇ 15 ਲੱਖ ਰੁਪਇਆ ਅਕਾਊਂਟ 'ਚ ਪੈਣ ਵਾਸਤੇ ਕਿਹਾ ਸੀ। ਠੀਕ ਆ, ਇਹਨਾਂ ਨੂੰ ਪੁੱਛੋ ਵੀ ਤੁਸੀਂ ਪਾਇਆ ਜਾਂ ਦੇ 1,000 ਰੁਪਇਆ ਬਾਅਦ 'ਚ ਪੈ ਜਾਏਗਾ, ਪਰ ਤੁਸੀਂ ਪਹਿਲਾਂ ਤੁਸੀਂ ਦੱਸੋ ਵੀ ਤੁਹਾਡਾ ਕੀ ਰੀਜਨ ਆ। ਠੀਕ ਹੈ, ਇਹ ਗੱਲ ਠੀਕ ਹੈ। ਉਹਦੇ ਉੱਤੇ ਕੋਈ ਤੁਸੀਂ ਕਹਿਤਾ ਜੀ ਉਹਦਾ ਆਪਣਾ ਮਤਲਬ ਕਿ ਇਹਨਾਂ ਨੇ ਆਪ ਜੋ ਕਿਹਾ ਉਹ ਹਾਲੇ ਪੂਰਾ ਨਹੀਂ ਕੀਤਾ, ਆਪਣੀ ਪੀੜੀ ਹੇਠਾਂ ਆਪ ਸੋਟਾ ਫੇਰ ਕੇ ਦੇਖ ਲੈਣ। ਠੀਕ ਹੈ, 4 ਸਾਲ ਰਹਿੰਦੇ ਆ ਸਰ। ਮੈਂ ਕੁਝ ਹੋਰ ਕਾਲਸ ਲੈ ਲੈਣਾ। ਹੈਲੋ ਠੀਕ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਕੀ ਕਹਿਣਾ ਚਾਹ ਰਹੇ ਹੋ? ਸਰ ਇਹੀ ਕਹਿਣਾ ਚਾਹੁੰਦੇ ਸੀਗੇ ਵੀ ਮੰਨ ਲਓ ਇਹਨਾਂ ਨੂੰ ਨਾ ਐਵੇਂ ਨਜਾਇਜ਼ ਤੰਗ ਕਰੀ ਜਾਂਦੇ ਆ ਜੀ ਇਹ, ਤੇ ਸਰਕਾਰ ਤੇ ਸਾਨੂੰ ਬਹੁਤ ਜ਼ਿਆਦਾ ਉਮੀਦਾਂ ਜੀ, ਕੋਈ ਅੱਛਾ ਹੀ ਕਰਨਗੇ ਜਿਹੜਾ ਕਰਨਗੇ। ਸਰ ਉਮੀਦਾਂ ਦਾ ਕੋਈ ਕਾਰਨ ਵੀ ਦੱਸੋ, ਕਿਉਂਕਿ ਪਤਾ ਤਾਂ ਚੱਲੇ ਸਮ ਕਿ ਉਮੀਦ ਕਿਹੜੀ ਚੀਜ਼ ਤੋਂ ਨਿਕਲ ਕੇ ਆ ਰਹੀ ਹੈ, ਜਿਸ ਉਹ ਰੋਸ਼ਨੀ ਦੱਸ ਦਿਓ ਸਰ ਕਿੱਥੋਂ ਨਿਕਲਦੀ ਪਈ ਹੈ, ਥੋੜਾ ਪਤਾ ਚੱਲ ਜੇ, ਚਾਨਣ ਪਾਓ ਸਰ। ਇਹ ਸਰ ਮੰਨ ਲਓ ਭਗਵੰਤ ਮਾਨ ਸਾਹਿਬ ਜਿਹੜੇ ਵੀ ਕੰਮ ਕਰ ਰਹੇ ਆ ਠੀਕ ਹੀ ਕਰ ਰਹੇ ਆ, ਜਿਵੇਂ ਰੇਤਾ ਦਾ ਕਾਫੀ ਜ਼ਿਲ੍ਹਿਆਂ 'ਚ ਸਸਤਾ ਹੋ ਗਿਆ, ਠੀਕ ਹੈ, ਜਾਂ ਹਰੇਕ ਬੰਦੇ ਨੂੰ ਪ੍ਰੋਪਰ ਪੈਨਸ਼ਨ ਆ ਜਾਂ ਕੁਝ ਵੀ ਸਾਰਾ ਕੁਝ ਠੀਕ ਹੋ ਰਿਹਾ ਜੀ। ਅੱਛਾ ਹੁਣ ਠੀਕ ਹੋ ਰਿਹਾ, ਠੀਕ ਹੈ। ਮਤਲਬ ਕਿ ਇਹਨਾਂ ਨੂੰ ਪੁੱਛ ਲਾਂਗੇ ਕਿ ਹੁਣ ਮਤਲਬ ਕਿ ਫਿਰ ਇਹ ਗਲਤੀਆਂ ਕਾਹਤੋਂ ਕੱਢੀ ਜਾਂਦੇ ਆ, ਮਤਲਬ ਕਿ ਠੀਕ ਹੈ ਸਰ, ਇਹ ਵੀ ਜਾਣ ਲਾਂਗੇ, ਸਮਝ ਲਾਂਗੇ। ਠੀਕ ਹੈ, ਧੰਨਵਾਦ ਸਰ। ਹੈਲੋ ਮੈਂ ਸਰ ਵਾਪਸ ਆਵਾਂਗਾ। ਸੁਖਦੇਵ ਜੀ
ਸੁਖਦੇਵ ਜੀ ਸਵਾਲ ਇਹ ਖੜੇ ਹੋ ਗਏ, ਕਹਿੰਦੇ ਆਪੋਜੀਸ਼ਨ ਇਜ਼ ਕਰਾਈਂਗ ਫਾਉਲ। ਕਹਿਣ ਦਾ ਭਾਵ ਹੈ ਕਿ ਆਪਾਂ ਮੀਣ ਮੇਖ ਕਰੀ ਜੰਨੇ ਆ, ਗਲਤੀਆਂ ਕੱਢੀਆਂ ਜੰਨੇ ਆ। ਕਹਿਣ ਦਾ ਭਾਵ ਹੈ ਕਿ ਜੋ ਹੋਇਆ ਕਹਿੰਦੇ ਹਲੇ ਉਸ ਤੋਂ ਬਾਅਦ ਥੋੜੀ ਉਮੀਦ ਹੋਰ ਰੱਖਣੀ ਪੈਣੀ ਹੈ। 4 ਸਾਲ ਹਲੇ ਰਹਿੰਦੇ ਆ, ਕੀ ਪਤਾ ਉਹ ਵੀ ਪੂਰੀ ਹੋ ਜਾਏ। ਸਰ ਅਨਮਿਊਟ ਕਰੋਗੇ। ਦਰਸ਼ਕ ਜੋ ਕਹਿੰਦੇ ਮੈਂ ਉਸ ਗੱਲ 'ਚ ਨਹੀਂ ਪੈਣਾ, ਪਰ ਗੱਲ ਇਹ ਹੈ ਵੀ ਇਹਨਾਂ ਨੇ ਤਾਂ ਕਿਹਾ ਸੀਗਾ ਵੀ ਅਸੀਂ ਤਾਂ ਫਰੋਮ ਡੇ 1 ਇਹ ਕਰਨਾ ਹੈ, ਕਿਉਂਕਿ ਸਾਡੇ ਕੋਲੇ जो मैं हूं केजरीवाल साहब तो रिपीट करना नहीं चाहता, वो कहते 34,000 तो बजट से निकल आएगा, ये बजट में चोरी कर जाते हैं। 20,000 करोड़ एक्साइज से, 20,000 करोड़ रेते से, रेते तो है 113 करोड़ रुपया साल च। और जेड़ा ये 5.5 रुपए की गल करते हैं, जेड़ा असी कर गए सी 5.5, अज हो की रहा है। जेड़ा तो हैगा ठेकेदार जिन्हों ये कहते सी भी पिछला ठेकेदार चोर है, उन्होंने इन्होंने 2 महीने की एक्सटेंशन दी हुई है। और जेड़ा ठेकेदार है वह कढ़दा मशीन नाल, जे तुसी लेके जाना कहंदा जी कईयां नाल लिपटो, ओनू बेचारे नू दिहाड़ियां उदों वध पै जांदा, खर्चा उदों वध पै जांदा ओनू, ना ही ओनू मिलदा है। अगली गल मैं जिहड़ी मेन इन्हां दी मैं उस ते गल करूंगा जी, जिहड़ी इन्हां दा मेन इन्हां दे फ्लैगशिप प्रोग्राम सीगे अपने दे आम आदमी पार्टी दे, ओ सीगे हैल्थ ते एजुकेशन। ठीक है ना जी, बड़ा बड़ा प्रचार हुण भी यही करदे आ। मैं एक गल पुछणी चाहना आम आदमी पार्टी नू, जो दस्सण जोगे ओहदे आउंदे जरूर चैनल ते, इन्हां ने मुहल्ला क्लिनिक खोले जिहड़ा कि एक ओपीडी है, इन्हां ने साडियां 39 डिस्पेंसरियां बंद करतियां। पिंडां दे पिंड रौला पा रहे ने, इन्हां दे खिलाफ इन्हां दे एमएलए नू घेरदे ने भी सानू मल्ले क्लिनिक दी लोड़ नहीं, सानू तां डिस्पेंसरी दी लोड़ सी जिहड़ी तुसीं बंद करके मल्ला क्लिनिक बना रहे हो। ठीक है। अगली गल ओह जिथे हैल्थ दी गल है, 4 साडे ट्रॉमा सेंटर सी, उथों स्टाफ कढ लिया। तीजी गल साडे हॉस्पिटल्स नू एक असी जिहड़ी पर्ची लगदी है ना जी, ਉਹ पर्ची ਸਾਡੇ ਹਸਪੀਟਲਸ ਕੋਲ ਰਹਿ ਜਾਂਦੀ ਸੀ, ਉਹ ਕਿਸੇ ਸਫਾਈ ਸੇਵਕ ਰੱਖਣਾ ਪੈ ਗਿਆ, ਕਦੇ ਕੋਈ ਐਕਸਰੇ ਵਾਲਾ ਛੁੱਟੀ ਚੱਲ ਗਿਆ ਉਹਦੀ ਥਾਂ ਤੇ 2 ਮਹੀਨੇ ਕੋਈ ਬੰਦਾ ਰੱਖਣਾ ਪੈ ਗਿਆ ਕੰਟਰੈਕਟ ਤੇ, ਉਹ ਉਹਨਾਂ ਦੇ ਉੱਤੇ ਰੱਖਦੇ ਸੀ। ਇਹਨਾਂ ਨੇ ਦਸੰਬਰ ਤੋਂ ਉਹ ਵੀ ਪੈਸੇ 50% ਕਹਿੰਦੇ ਜਮ੍ਹਾਂ ਕਰਵਾ ਲਏ ਵੀ ਹਸਪੀਟਲ ਦਾ ਜਿਹੜੇ ਹਸਪੀਟਲ ਹੈ ਸਾਡੇ ਉਹਨਾਂ ਦਾ ਆਪਦਾ ਉਹਨਾਂ ਨੂੰ ਰੋਜ਼ ਦੇ ਕੰਮ ਚਲਾਉਣੇ ਔਖੇ ਕਰਤੇ। ਔਰ ਅਗਲੀ ਗੱਲ ਐਜੂਕੇਸ਼ਨ ਤੇ ਆ ਜਾਓ। ਐਜੂਕੇਸ਼ਨ ਦੇ ਵਿੱਚ ਸਾਡੀ ਜਦੋਂ ਸਾਡਾ ਲਾਸਟ ਸਾਲ ਸੀਗਾ, ਅਸੀਂ 214 ਕਰੋੜ ਰੁਪਇਆ ਦਿੱਤਾ ਸੀ, ਇਹਨਾਂ ਨੇ ਆ ਕੇ ਅਗਲੇ ਸਾਲ 200 ਕਰਤਾ। ਠੀਕ ਆ, 14 ਕਰੋੜ ਘਟਾਤਾ। ਫਲੈਗਸ਼ਿਪ ਪ੍ਰੋਗਰਾਮ ਹੈ ਐਜੂਕੇਸ਼ਨ ਇਹਨਾਂ ਦਾ, ਔਰ ਇਸ ਵਾਰ 164 ਕਰੋੜ ਕਰਤਾ। ਔਰ ਅੱਜ ਪਹਿਲੀ ਵਾਰ ਹੋਇਆ ਵੀ ਇੱਕ ਬੀਸੀ ਨੇ ਆਪਣਾ ਦਰਦ ਦੱਸਿਆ, ਔਰ ਉਹਨੇ ਜੋ ਦੇ ਸ਼ਬਦ ਆ ਉਹ ਇਹ ਨੇ ਵੀ ਇਹਨਾਂ ਤੇ ਪ੍ਰੈਸ਼ਰ ਬਣਾਈਏ। ਇੱਕ ਬੀਸੀ ਲੈਵਲ ਦਾ ਬੰਦਾ ਹਰ ਬੰਦੇ ਨੂੰ ਇਹ ਕਹਿ ਰਿਹਾ ਵੀ ਇਹਨਾਂ ਤੇ ਪ੍ਰੈਸ਼ਰ ਬਣਾਈਏ ਵੀ ਸਾਡਾ ਕੁਝ ਬਣ ਜਾਵੇ। ਔਰ ਅਗਲੀ ਗੱਲ ਹੈਲਥ ਦੀ ਗੱਲ ਕਰਦੇ ਨੇ, ਮੈਡੀਕਲ ਕਾਲਜਾਂ ਦੀ ਗੱਲ ਕਰਦੇ ਨੇ। ਪਿਛਲੇ ਸਾਲ ਇਹਨਾਂ ਨੇ ਹੈਲਥ ਵਾਸਤੇ ਐਜੂਕੇਸ਼ਨ ਵਾਸਤੇ ਰੱਖੇ 1033 ਕਰੋੜ ਰੁਪਏ, ਐਤਕੀ ਘਟਾ ਕੇ 1015 ਕਰਤੇ। ਦੇਖੋ ਗੱਲ ਇਹ ਹੈ ਵੀ ਥੱਲੇ ਠੀਕ ਹੈ ਜੋ ਅਸੀਂ ਮਰਜ਼ੀ ਕਹੀ ਜਾਈਏ, ਨੈਰੇਟਿਵ ਬਣਾਈ ਜਾਈਏ ਵੀ ਭਗਵੰਤ ਮਾਨ ਸਾਹਿਬ ਵੀ ਉਹਨੇ ਆਹ ਕਰ ਰਹੇ ਜਾਂ ਕਰ ਰਹੇ ਨੇ, ਪਰ ਜੇ ਅਸੀਂ ਧਰਾਤਲ ਤੇ ਦੇਖੀਏ ਤਾਂ ਜੋ ਪਿਛਲਿਆਂ ਨਾਲੋਂ ਪਿੱਛੇ ਨੂੰ ਆ ਰਹੇ ਨੇ। ਔਰ ਜੇ ਕੋਈ 5 ਸਾਲ ਚ 70,000 75,000 ਕਰੋੜ ਦਾ ਕਰਜ਼ਾ ਲੈ ਕੇ ਗਿਆ, ਇਹਨਾਂ ਨੇ 2 ਸਾਲਾਂ ਦੇ ਵਿੱਚ 65,000 ਕਰੋੜ ਰੁਪਏ ਦਾ ਕਰਜ਼ਾ ਲੈ ਲੈਣਾ। ਔਰ ਅਗਲੀ ਗੱਲ ਮੈਂ ਗੱਲ ਜਿਹੜੀ ਖਾਲਿਦ ਸਾਹਿਬ ਕਹਿ ਰਹੇ ਸੀ, ਏਰੀਅਰ EMPLOYEES ਦਾ ਇਹਨਾਂ ਨੇ ਨਹੀਂ ਦਿੱਤਾ, 2016 ਤੋਂ ਬਕਾਇਆ। ਠੀਕ ਹੈ। ਅਗਲੀ ਗੱਲ ਪਿਛਲੀ ਸਰਕਾਰ ਦੇ ਗਈ ਸੀ ਵੀ ਗ੍ਰੈਚੁਟੀ ਦੇ ਦਿਓ ਸਭ ਨੂੰ। ਠੀਕ ਹੈ। ਤੇ ਉਹਨਾਂ ਨੇ ਦੇਣੀ ਸ਼ੁਰੂ ਕਰਤੀ ਸੀ, ਇਹਨਾਂ ਨੇ ਆ ਕੇ ਉਹ ਬੰਦ ਕਰਤੀ ਵੀ ਜਿਹੜੇ ਮਹਿਕਮੇ ਕੋਲੇ ਪੈਸੇ ਹੈਗੇ ਦਿਓ, ਨਹੀਂ ਨਾ ਦਿਓ। ਹੁਣ ਜਿਹੜੇ ਮਹਿਕਮੇ ਕੋਲੇ ਪੈਸੇ ਤਾਂ ਉਹਨਾਂ ਨੇ ਖਜ਼ਾਨੇ ਤੋਂ ਸਰਕਾਰ ਤੋਂ ਹੀ ਲੈਣੇ ਆ ਨਾ, ਉਹ ਹੁਣ ਇਹਦਾ ਮਤਲਬ ਬੰਦ ਹੈ। ਇਹ ਕਰਕੇ ਮੇਰੀ ਤੁਹਾਨੂੰ ਸੁਖਦੇਵ ਜੀ ਇੱਕ ਸਵਾਲ ਹੈ, ਸੁਖਦੇਵ ਜੀ ਇੱਕ ਸਵਾਲ ਹੈ। ਠੀਕ ਹੈ, ਤੁਹਾਡੀ ਗੱਲ ਸਮਝ ਗਿਆ, ਮੈਂ ਸਾਰੀ ਸੁਣ ਲਈ, ਜਨਤਾ ਤੁਹਾਨੂੰ ਸੁਣ ਰਹੀ ਹੈ, ਇਸ ਟਾਈਮ ਕਰੋੜਾਂ ਲੋਕ ਦੇਖ ਰਹੇ ਆ। ਆਪਾਂ ਥੋੜਾ ਜਿਹਾ ਇਹ ਵੀ ਨਾਲ ਸਮਝ ਲਈਏ, ਹੁਣ ਲੋਕਾਂ ਦੀ ਆਵਾਜ਼ ਆਪਾਂ ਚੁੱਕੀ ਸੀ, ਕਿਉਂਕਿ ਚੈਨਲ ਹੀ ਸਾਡਾ ਜਿਹੜਾ ਹੈਗਾ ਲੋਕਾਂ ਦੀ ਆਵਾਜ਼ ਤੇ ਕੰਮ ਕਰਦਾ। ਜੋ ਲੋਕ ਕਹਿ ਰਹੇ ਆਪਾਂ ਨਾਲ ਸਪਸ਼ਟ ਚੱਲਦਾ ਪਿਆ, ਤਾਂ ਤੁਹਾਨੂੰ ਪਤਾ ਹੀ ਹੈ, ਨਾਲ ਆਪਾਂ ਕਾਲ ਖੋਲ ਲੈਂਦੇ ਆ। ਉਹ ਕਹਿੰਦੇ ਕਿ ਹਾਲੇ 4 ਸਾਲ ਹੋਰ ਰਹਿੰਦੇ ਆ, ਥੋੜੀ ਉਮੀਦ ਤਾਂ ਰੱਖੀਏ ਕਿ ਇਹ ਵਾਲੀ ਗੱਲ ਨੂੰ ਆਪਾਂ ਨਾਲ ਲੈ ਕੇ ਚੱਲਣਾ ਕਿ ਨਹੀਂ ਚੱਲਣਾ, ਕਿ 1 ਸਾਲ 'ਚ ਹੀ ਕਾਟਾ ਮਾਰ ਦਈਏ, ਨਹੀਂ ਤੁਸੀਂ ਨਹੀਂ ਕੀਤਾ ਆਊਟ, ਕਿਹਦਾ ਕਰਨਾ। ਮੈਂ ਤੁਹਾਨੂੰ ਨਾ ਗੱਲ ਜਦੋਂ ਸ਼ੁਰੂ ਕੀਤੀ ਸੀ ਉਹੀ ਕਹੀ ਸੀ ਵੀ ਬਿਲਕੁਲ ਇਹ ਤਾਂ ਹੁਣ ਦੇਖੋ ਗੱਲ ਇਹ ਹੈ, ਹੁਣ ਲੋਕ ਤਾਂ ਹੁਣ ਜਦੋਂ ਇਹਨਾਂ ਨੂੰ ਇੱਕ ਵਾਰੀ ਲਿਆਂਦਾ, ਜਿਨ੍ਹਾਂ ਦੇ ਬੰਦੇ ਨੇ ਹੁਣ ਉਹਨਾਂ ਨੇ ਤਾਂ ਵੋਟਾਂ ਪਾਈਆਂ, ਉਹ ਤਾਂ ਕਹਿਣਗੇ ਵੀ ਹੁਣ ਆਪਾਂ 5 ਸਾਲ ਦੇਖ ਲਈਏ, ਕਿਉਂਕਿ ਦੇਖਣਾ ਹੀ ਪੈਣਾ। ਪਰ ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਹੀ ਕਿਹਾ ਸੀ, ਕਹਿੰਦੇ ਨਾ ਸਾਡੇ ਪਿੰਡਾਂ ਕੰਨੀ ਇੱਕ ਕਹਾਵਤ ਹੈ ਵਾਲੀਆ ਸਾਹਿਬ, ਪਿੰਡ ਦਾ ਨਾ ਪਿੰਡ ਦੀਆਂ ਰੂੜੀਆਂ ਤੋਂ ਪਤਾ ਲੱਗ ਜਾਂਦਾ। ਜਿਹਦੇ ਪਿੰਡ ਦੀਆਂ ਰੂੜੀਆਂ ਆਪਾਂ ਬਾਹਰ ਲਾਉਣੇ ਆ ਪਿੰਡ ਤੋਂ, ਉਹ ਰੂੜੀ ਤੋਂ ਪਤਾ ਲੱਗ ਜਾਂਦਾ ਵੀ ਪਿੰਡ ਵਾਲੇ ਕਿੱਦਾਂ ਦੇ ਆ। ਇਸ ਕਰਕੇ ਇਹਨਾਂ ਦੇ 1 ਸਾਲ ਤੋਂ ਪਤਾ ਲੱਗ ਗਿਆ ਵੀ ਇਹ ਕਰ ਕੀ ਰਹੇ ਨੇ। ਦੇਖੋ ਜਿਹੜਾ ਬੰਦਾ ਇਹ ਵੱਡੀਆਂ ਗੱਲਾਂ ਕਰਕੇ ਆਇਆ ਹੋਵੇ ਨਾ ਵੀ ਸਾਡੇ ਕੋਲ ਤਾਂ ਪ੍ਰਬੰਧ ਨੇ,
ठीक है, चुटकियां प्रबंध ने किथे है प्रबंध फिर? ठीक है, ऑपोजिशन इज सेइंग कि प्रबंध है किथे है। सुखदेव जी मैं पॉइंट लेके चलदा हां। हनी जी जिवें सुखदेव जी ने कहा, कहंदे पिंड दे विच रूड़ियां तो पता चल जांदा कि पिंड वाले किहो जे होणगे। हुण आपां अपने वाले पासे वाली रूड़ियां की कहंदियां सर? सवाल ये है। ਪਤਾ ਤਾਂ ਲੱਗਿਆ ਹੀ ਖੜਾ ਹੈ ਜੀ। अच्छा, ਇਹਨਾਂ ਦੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਜਿਹੜੀ ਉਹ ਸੰਗਰੂਰ ਜ਼ਿਲ੍ਹਾ ਹੈ, ਜਿੱਥੋਂ ਵਿਧਾਨ ਸਭਾ ਦੇ 9 ਹਲਕਿਆਂ ਦੇ ਵਿੱਚ, ਜਿੱਥੋਂ ਮੁੱਖ ਮੰਤਰੀ ਵੀ ਇਹਨਾਂ ਦੇ, ਖਜ਼ਾਨਾ ਮੰਤਰੀ ਵੀ ਸੰਗਰੂਰ ਜ਼ਿਲ੍ਹੇ ਦੇ, ਔਰ 6.5 ਲੱਖ ਵੋਟ ਇਹਨਾਂ ਨੂੰ 9 ਹਲਕਿਆਂ ਦੇ ਵਿੱਚੋਂ ਵਿਧਾਨ ਸਭਾ ਦੇ ਵਿੱਚ ਪਈ ਆ ਪਿਛਲੇ ਸਾਲ। ਔਰ 90 ਦਿਨਾਂ ਦੇ ਬਾਅਦ ਇਲੈਕਸ਼ਨ ਹੁੰਦਾ ਹੈ, ਉਹ ਵੋਟ 6.5 ਲੱਖ ਤੋਂ ਘਟ ਕੇ 2,43,000 ਰਹਿ ਜਾਂਦੀ ਹੈ। 67% ਵੋਟ ਉੱਡ ਗਈ ਇਹਦੇ ਨਾਲੋਂ। ਜਿਹੜੇ ਲੋਕ ਕਹਿੰਦੇ ਸੀ 24 ਘੰਟਿਆਂ 'ਚ ਨਸ਼ਾ ਖਤਮ ਕਰਾਂਗੇ, ਅੱਜ ਨਸ਼ਾ 10 ਗੁਣਾ ਉਸ ਨਾਲੋਂ ਵੱਧ ਗਿਆ। ਸਹੀ ਮਜ਼ਾ ਤਾਂ ਆਉਂਦਾ ਸੀ ਇਸ ਡਿਬੇਟ ਦਾ ਜੇ ਆਮ ਆਦਮੀ ਪਾਰਟੀ ਵਾਲੇ ਵੀ ਤੁਹਾਡੇ ਚੈਨਲ ਤੇ ਆਉਂਦੇ। 1 ਸਾਲ ਦੀ ਸਰਕਾਰ ਦੇ ਵਿੱਚ ਭੱਜ ਚੁੱਕੇ ਆ ਜਿਹੜੇ ਚੈਨਲ ਦੇ ਉੱਤੇ ਆ ਕੇ ਪਬਲਿਕ ਨੂੰ ਫੇਸ ਨਹੀਂ ਕਰ ਸਕਦੇ, ਆਪੋਜੀਸ਼ਨ ਨੂੰ ਫੇਸ ਨਹੀਂ ਕਰ ਸਕਦੇ। ਉਹ ਕਿੱਥੇ 4 ਸਾਲ ਕੱਢਣਗੇ ਔਰ ਕਿਵੇਂ ਪੰਜਾਬ ਦੇ ਲੋਕ ਇਹ 4 ਸਾਲ ਕੱਢਣਗੇ? ਪੰਜਾਬ ਬਰਬਾਦੀ ਵੱਲ ਜਾ ਰਿਹਾ ਸਾਹਿਬ। ਇਹ ਬੜਾ ਵੱਡਾ ਨੁਕਸਾਨ ਹੋ ਜਾਣਾ ਪੰਜਾਬ ਦਾ। ਇੱਕ ਮੇਰੇ ਵੀਰ ਨੇ ਗੱਲ ਕੀਤੀ ਸੀ ਕਿ ਮੋਦੀ ਜੀ ਦਾ 15 ਲੱਖ ਕਿੱਥੇ ਆ ਗਿਆ। ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦਾ। ਮੈਂ ਗੱਲ ਮੋਦੀ ਜੀ ਦੀ ਨਹੀਂ, ਮੈਂ ਮਾਨਯੋਗ ਸਾਬਕਾ ਮੁੱਖ ਮੰਤਰੀ ਪੰਜਾਬ ਦਰਵੇਸ਼ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੂੰਗਾ ਕਿ ਜੋ ਉਹਨਾਂ ਨੇ ਵਾਅਦਾ ਲੋਕਾਂ ਨਾਲ ਅੱਜ ਤਾਈਂ ਕੀਤਾ, ਕਦੇ ਝੂਠਾ ਵਾਅਦਾ ਨਹੀਂ ਕੀਤਾਗਾ। 1997 ਦੀ ਸਰਕਾਰ ਵੇਲੇ ਹਿੰਦੁਸਤਾਨ ਦੇ ਵਿੱਚ ਪੰਜਾਬ ਪਹਿਲਾ ਸੂਬਾ ਸੀ ਜਿਹਦੇ ਵਿੱਚ ਕਿਹਾ ਕਿ ਟਿਊਬਲਾਂ ਦੇ ਮੋਟਰਾਂ ਦੇ ਬਿੱਲ ਮਾਫ ਹੋਣਗੇ, ਔਰ 2 ਮਹੀਨਿਆਂ ਦੇ ਵਿੱਚ ਬਿੱਲ ਮਾਫ ਕਰਕੇ ਦਿੱਤੇ। ਔਰ ਅੱਜ ਜਿਹੜੇ 50% ਲੋਕਾਂ ਨੇ ਵੋਟ ਪਾਈ ਆ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ, ਉਹਨਾਂ ਦੇ ਵੀ ਬਿੱਲ ਮਾਫ ਆ। ਜੇ ਛੋਟਾ ਕਿਸਾਨ ਆ ਤਾਂ ਉਹਦੇ 1 ਮੋਟਰ ਆ। ਪਿਛਲੇ 26 ਸਾਲਾਂ ਦੇ ਵਿੱਚ 1 ਮੋਟਰ ਵਾਲੇ ਨੂੰ 20 ਲੱਖ ਰੁਪਏ ਦਾ ਫਾਇਦਾ ਹੋਇਆ ਜਿਹੜਾ ਬਿਜਲੀ ਦਾ ਮੋਟਰਾਂ ਦਾ ਬਿੱਲ ਮਾਫ ਹੋਇਆ। ਮੇਰੇ ਗਰੀਬ ਭਰਾਵਾਂ ਨੂੰ ਜੇ ਸ਼ਗਨ ਸਕੀਮ ਸ਼ੁਰੂ ਕੀਤੀ ਤਾਂ ਸਾਰੇ ਕਹਿੰਦੇ ਸੀ ਇਹ ਨਾਨਕਿਆਂ ਦੀ ਸਰਕਾਰ ਆ, ਉਹ ਬਾਦਲ ਸਾਹਿਬ ਨੇ ਸ਼ੁਰੂ ਕੀਤੀ। ਜੇ ਪੈਨਸ਼ਨਾਂ ਸ਼ੁਰੂ ਕੀਤੀਆਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ। ਸਾਡੇ ਮਾਲਵੇ ਦੇ ਵਿੱਚ ਪੀਣ ਵਾਲਾ ਪਾਣੀ ਬਹੁਤ ਮਾੜਾ ਸੀ, ਹਜੇ ਵੀ ਕੈਂਸਰ ਦਾ ਪ੍ਰਕੋਪ ਬਹੁਤ ਜ਼ਿਆਦਾ ਆ। ਜੇ ਆਰਓ ਸਿਸਟਮ ਲਿਆਏ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਲਿਆਂਦਾ। ਔਰ ਜੇ ਸਾਰਾ ਕੁਝ ਤੁਸੀਂ ਡਿਲੀਵਰ ਕਰ ਹੀ ਦਿੱਤਾ ਸੀਗਾ ਸਰ, ਫਿਰ ਸਵਾਲ ਹੀ ਖੜਾ ਹੋ ਗਿਆ ਜੇ ਸਾਰਾ ਕੁਝ ਡਿਲੀਵਰੀ ਕਰਤਾ ਸੀ ਲੋਕਾਂ ਨੇ ਸਾਈਡਲਾਈਨ ਕਾਹਤੋਂ ਕੀਤਾ ਸਰ? ਫਿਰ ਤੇ ਇਹ ਸਵਾਲ ਖੜਾ ਹੋ ਗਿਆ ਨਾ ਸਰ। ਸਾਈਡਲਾਈਨ ਜਿਹੜਾ ਹੋਇਆ, ਸਾਨੂੰ ਨਜਾਇਜ਼ ਬਦਨਾਮ ਕੀਤਾ ਗਿਆ। ਬੜੀ ਮੰਦਭਾਗੀ ਘਟਨਾ ਹੋਈ। ਸਾਨੂੰ ਅਫਸੋਸ ਆ ਕਿ ਸਾਡੀ ਸਰਕਾਰ ਦੇ ਵਿੱਚ ਜਿਹੜੀ ਬੇਅਦਬੀ ਵਾਲੀਆਂ ਘਟਨਾਵਾਂ ਹੋਈਆਂ। ਦੇਖੋ ਬਾਦਲ ਪਰਿਵਾਰ ਪਰਮਾਤਮਾ ਨੂੰ ਮੰਨਣ ਵਾਲਾ ਪਰਿਵਾਰ ਆ। ਮੱਕੀ ਬਦਨਾਮ ਕੀਤਾ ਗਿਆ ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਦੇ ਘਰ ਦੇ ਵਿੱਚ ਹਰ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਜੀ। ਔਰ ਸਾਡੇ ਪਾਰਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇਸ਼ਨਾਨ ਕਰਨ ਤੋਂ ਬਾਅਦ ਕਿਸੇ ਦੇ ਮੱਥੇ ਨਹੀਂ ਲੱਗਦੇ, ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਫੇਰ ਘਰੋਂ ਨਿਕਲਦੇ ਆ। ਔਰ ਸਾਡੇ ਤੇ ਐਡਾ ਵੱਡਾ ਇਲਜ਼ਾਮ ਲੱਗਿਆ। ਅਸੀਂ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਦੋਂ ਹੀ ਕਰ ਦਿੰਦੇ ਜੇਕਰ ਸਾਨੂੰ ਇਹ ਨਾ ਕਹਿੰਦੇ ਕਿ ਤੁਸੀਂ ਇਹ ਕੇਸ ਸੀਬੀਆਈ ਨੂੰ ਦੇ ਦਿਓ। ਠੀਕ ਹੈ, मतलब कि सर मैं सर थोड़ा समा भी करता जा रहा नाल आगे ਵਧੂਗਾ। ਪਾਰਟੀਆਂ ਤੋਂ ਲੈ ਕੇ ਅਕਾਲੀ ਦਲ ਨੂੰ ਫੇਲ ਕਰਨ ਨੂੰ ਫਿਰਦੇ। ਠੀਕ ਹੈ, ਅਕਾਲੀ ਦਲ ਨੇ ਆਪਣੇ ਸਾਰੇ ਪ੍ਰੋਮਿਸਿਸ ਸਾਰੇ ਵਾਅਦੇ ਪੂਰੇ ਕੀਤੇ ਸੀਗੇ। ਠੀਕ ਹੈ, ਉਹ ਕਹਿੰਦੇ ਪਰ ਜਨਤਾ ਵੀ ਕਹਿ ਰਹੀ ਹੈ 9 ਮਾਸ ਦਾ ਰਿਸ਼ਤਾ ਸੀਗਾ ਤੇ ਮਾਸ ਹੀ ਆ 9 ਤੁਸੀਂ ਲਾ ਲਓ। ਇੱਥੇ ਲੱਦੜ ਸਾਹਿਬ ਵੀ ਨਾਲ ਹੀ ਬੈਠੇ ਹੋਏ ਆ, ਉਦੋਂ ਇਹ ਸਰਵਿਸ 'ਚ ਸੀਗੇ। ਸਰ ਮੈਂ ਪੁਆਇੰਟ ਲੈ ਕੇ ਆ ਰਿਹਾ ਲੱਦੜ ਸਾਹਿਬ ਕੋਲੋਂ। ਸਰ ਆਈ ਵਿਲ ਕਮ ਬੈਕ। ਹਨੀ ਜੀ ਮੈਂ ਆਉਂਗਾ ਸਰ, ਮੈਂ ਤੁਹਾਡੇ ਕੋਲ ਆਉਂਗਾ ਕਿਰਪਾ ਕਰਕੇ ਲੱਦੜ ਸਾਹਿਬ ਦਾ ਪੁਆਇੰਟ ਲੈ ਆਵਾਂ। ਆਉਣ ਵਾਲੇ ਵੀ ਕਹਿ ਰਹੇ ਆ ਠੀਕ ਹੈ ਕਿ ਬਾਦਲ ਸਾਹਿਬ ਹੀ ਕੰਮ ਕਰ ਸਕਦੇ ਜੇ ਪੰਜਾਬ ਦੇ ਕਰ ਸਕਦੇ ਆ। ਕੀ ਬਾਤ ਹੈ ਸਰ। ਜੋ ਇਨਫਰਾਸਟ੍ਰਕਚਰ ਪੰਜਾਬ ਦੇ ਵਿੱਚ ਬਦਲਿਆ, ਜੋ ਰੋਡ ਮੈਪ ਬਣੇ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ। ਠੀਕ ਹੈ ਸਰ। ਲੱਦੜ ਸਾਹਿਬ ਸਰ ਹੁਣ ਮੈਂ ਪੁਆਇੰਟ ਲੈ ਕੇ ਆ ਰਿਹਾ। ਲੱਦੜ ਸਾਹਿਬ ਤੁਸੀਂ ਜਨਤਾ ਨੂੰ ਵੀ ਸੁਣ ਲਿਆ। ਜਨਤਾ ਦੀ ਆਵਾਜ਼ ਸਭ ਤੋਂ ਵੱਡੀ ਆਵਾਜ਼ ਹੁੰਦੀ ਹੈ ਸਰ, ਹੈ ਨਾ। ਪਰਮਾਤਮਾ ਦੀ ਆਵਾਜ਼ ਉਹਦੇ ਵਿੱਚ ਹੀ ਹੁੰਦੀ ਹੈ ਤੇ ਉਹਨਾਂ ਦੀ ਆਵਾਜ਼ ਵੀ ਸਰ ਤੁਸੀਂ ਸੁਣ ਲਈ। ਪਰ ਆਪਾਂ ਚਰਚਾ ਕਰ ਰਹੇ ਹਾਂ 1 ਸਾਲ ਪੂਰਾ, ਕਿਹੜਾ ਕੰਮ ਪੂਰਾ ਤੇ ਕਿਹੜਾ ਅਧੂਰਾ। ਸਵਾਲ ਇਹ ਹੈ ਅਦਰ ਦੈਨ ਕ੍ਰਿਟਿਸਾਈਜ਼ਿੰਗ ਓਨਲੀ ਫॉर द ਸੇਕ ਆਫ ਕ੍ਰਿਟਿਸਾਈਜ਼ਿੰਗ ਕਿ ਲੋਚਨਾ ਹੀ ਕਰਨੀ ਲੋਚਨਾ ਵਾਸਤੇ। ਸਰ ਆਪਾਂ ਧਰਾਤਲ ਵਾਲੀ ਗੱਲ ਕਰੀ ਜਿਹੜੀ ਸੁਖਦੇਵ ਜੀ ਦੀ ਕਿਹਾ। ਦੇਖੋ ਆਪਣਾ ਵਾਲੀਆ ਜੀ, ਆਪਣਾ ਜਿੱਥੇ ਆਪਾਂ ਆਲੋਚਨਾ ਕਰਦੇ ਆ ਉੱਥੇ ਜੇ ਸਰਕਾਰ ਨੇ ਕੋਈ ਚੰਗਾ ਕੰਮ ਕੀਤਾ ਤਾਂ ਉਹਨਾਂ ਦੀ ਤਾਰੀਫ ਕਰਨੀ ਵੀ ਬਣਦੀ ਹੈ। ਮੈਂ ਪਾਰਟੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਜੀ ਪਹਿਲੀ ਵਾਰੀ ਤੁਹਾਡੇ ਚੈਨਲ ਤੇ ਮੈਂ ਇਸ ਗੱਲ ਦਾ ਕ੍ਰੈਡਿਟ ਦਿੰਦਾ ਭਗਵੰਤ ਸਿੰਘ ਮਾਨ ਨੂੰ ਕਿ ਜੋ ਅੱਜ ਕਰਪਟ ਲੋਕਾਂ ਦੇ ਜਿਹੜੀ ਰੀੜ ਦੀ ਹੱਡੀ ਹੈ, ਅਗਰ ਉਹਦੇ ਵਿੱਚ ਕੰਪਨ ਪੈਦਾ ਕੀਤੀ ਹੈ
ਤਾਂ ਇਹ ਪਹਿਲਾਂ ਕਦੇ ਕਿਸੇ ਸਰਕਾਰ ਨੇ ਨਹੀਂ ਕੀਤੀ। ਚਲੋ ਕਿੰਨੇ ਮੰਤਰੀ ਤੇ MLA ਤੇ ਅਫਸਰ ਜਿਹੜੇ ਪੰਜਾਬ ਦਾ ਪੈਸਾ ਲੁੱਟਦੇ ਸੀਗੇ ਔਰ ਉਹਨਾਂ ਦੇ ਵਿਜੀਲੈਂਸ ਦੇ ਥਰੂ ਅਗਰ ਉਹ ਅੰਦਰ ਹੋਏ ਹੈਗੇ ਆ, ਚਾਹੇ ਉਹ ਕਿਸੇ ਪਾਰਟੀ ਦੇ ਸੀਗੇ, ਉਹ ਆਪਣਾ ਪਹਿਲੀ ਵਾਰੀ ਭਗਵੰਤ ਮਾਨ ਜੀ ਨੇ ਕੀਤਾ। ਮੈਂ ਉਹਨਾਂ ਨੂੰ ਇਸ ਗੱਲ ਦੀ ਇੱਕ ਸਾਲ ਦੇ ਵਿੱਚ ਜੇ ਕੋਈ ਮੈਨੂੰ ਉਪਲਬਧੀ ਲੱਗਦੀ ਹੈ ਤਾਂ ਸਿਰਫ ਇਹੀ ਹੈ ਕਿ ਕਰਪਟ ਲੋਕਾਂ ਨੂੰ ਨੱਥ ਪਾਈ ਹੈ। ਸਰ ਸਵਾਲ ਪੰਜਾਬ ਦਾ ਇਸੇ ਕਰਕੇ ਨਾ ਸੱਚਾ ਉਪਲਬਧੀ ਦਾ ਆਪਾਂ ਸਹੀ ਗੱਲ ਹੀ ਕਰਨੀ ਹੁੰਦੀ ਹੈ ਸਰ। ਉਪਲਬਧੀ ਦਾ ਸਾਫ ਸਰ ਮਾੜਾ ਪੱਖ ਸਹੀ ਪੱਖ ਸਾਰੇ ਦੱਸਣੇ ਆ ਸਰ ਆਪਾਂ। ਹੁਣ ਮੈਂ ਦੂਜੀ ਗੱਲ ਕਰਦਾ, ਦੂਜੀ ਗੱਲ ਮੈਂ ਇਹ ਕਰਦਾ ਦੱਸੋ ਸਰ ਕਿ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੀ ਜਿਹੜਾ ਸਾਡੇ ਸੀਟ ਖਾਲੀ ਪਈ ਆ, ਲੇਕਿਨ ਉਹਨਾਂ ਦੇ ਜਿਹੜੇ ਦੇਖਣ ਵਾਲੇ ਆ ਉਹਨਾਂ ਨੂੰ ਸਾਰਾ ਕ੍ਰਿਟਿਸਿਜ਼ਮ ਸੁਣ ਕੇ ਬੜਾ ਦੁੱਖ ਪਹੁੰਚ ਰਿਹਾ ਹੋਵੇਗਾ ਕਿ ਹਰ ਬੰਦਾ ਹੀ ਕ੍ਰਿਟਿਸਾਈਜ਼ ਕਰ ਰਿਹਾ। ਬਿਲਕੁਲ। ਤਾਂ ਉਹ ਆਪਣਾ ਤੁਹਾਡੇ ਟੈਲੀਫੋਨ ਕਾਲ ਦੇ ਰਾਹੀਂ ਤੁਹਾਡੇ ਨਾਲ ਕਨੈਕਟ ਹੋ ਰਿਹਾ ਤੇ ਆਪਣੇ ਆਪ ਨੂੰ ਦੱਸ ਰਿਹਾ ਕਿ ਇੰਜ ਨਹੀਂ ਇੰਜ ਹੈ, ਭਗਵੰਤ ਮਾਨ ਇੰਨਾ ਮਾੜਾ ਨਹੀਂ ਹੈਗਾ, ਚੰਗੇ ਪੁਆਇੰਟ ਵੀ ਹੈਗੇ ਆ ਜਿਹੜੇ ਉਹ ਦੱਸਣਾ ਚਾਹੁੰਦੇ ਆ। ਤੇ ਉਹਨਾਂ ਨੇ ਮੈਨੂੰ ਵੀ ਕੁਐਸਚਨ ਕੀਤਾ ਕਿ ਬਈ ਕੱਲੇ SCBC ਦੀ ਗੱਲ ਕਿਉਂ ਕਰਦੇ ਹੋ? ਹਰ ਵਾਰ ਜ਼ਿਆਦਾ ਇਹੀ ਕਰਦੇ ਆ। ਜ਼ਿਆਦਾ ਮੈਂ ਇਹ ਗੱਲ ਕਰਦਾ ਆ ਕਿਉਂਕਿ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ ਤਾਂ ਉਹਦੇ ਵਿੱਚ ਬਾਬਾ ਨਾਨਕ ਜੀ ਜਿਹੜੇ ਸਾਡੇ ਪਹਿਲੇ ਗੁਰੂ ਪਾਤਸ਼ਾਹ ਸੀਗੇ, ਉਹਨਾਂ ਨੇ ਕੀ ਕਿਹਾ? ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤੀ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਤ। ਜੋ ਆਪਣਾ ਸਾਡੇ ਦਲਿਤ ਸਮਾਜ ਦੇ ਇੱਕ ਵਿੱਤ ਮੰਤਰੀ ਨੇ ਜੋ ਆਪਣਾ ਸਾਡਾ ਇੱਕ ਸਪੈਸ਼ਲ ਕੰਪੋਨੈਂਟ ਪਲਾਨ ਫॉर SCs ਹੁੰਦਾ ਆ, ਉਹਦੇ ਵਿੱਚ 13,000 ਆਪਣਾ 678 ਕਰੋੜ ਰੁਪਏ ਦਾ ਪ੍ਰੋਵੀਜ਼ਨ ਕੀਤਾ, ਜਦੋਂ ਕਿ 1,96,000 ਕਰੋੜ ਦਾ ਬਜਟ ਹੈ ਔਰ ਇਹ 35% ਵਸੋਂ ਦੇ ਵਾਸਤੇ 6% ਬਣਦਾ, ਜਦੋਂ ਕਿ 70,000 ਕਰੋੜ ਚਾਹੀਦਾ ਸੀਗਾ। ਕੋਈ ਗਰੀਬਾਂ ਦੇ ਵਾਸਤੇ ਸਕੀਮ ਨਹੀਂ ਰੱਖੀ। ਜਦੋਂ ਭਗਵੰਤ ਮਾਨ ਜੀ ਭਾਸ਼ਣ ਤੇ ਬੋਲ ਰਹੇ ਸੀਗੇ, ਧੰਨਵਾਦ ਭਾਸ਼ਣ ਤੇ, ਤਾਂ ਉਹਨਾਂ ਨੇ ਕਿਹਾ ਕਿ ਅਜਿਹੇ ਲੋਕ ਵੀ ਹੈਗੇ ਆ ਜਿਹੜੇ ਦੀਵਾਲੀ ਵਾਲੇ ਦਿਨ ਵੀ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦੇ ਆ। ਮੈਂ ਸੁਣਿਆ ਉਹਨਾਂ ਦਾ ਸਾਰਾ ਭਾਸ਼ਣ, ਲੇਕਿਨ ਉਹਨਾਂ ਮਜ਼ਦੂਰਾਂ ਦੇ ਵਾਸਤੇ ਭਗਵੰਤ ਮਾਨ ਜੀ ਤੇ ਉਹਨਾਂ ਦੀ ਸਰਕਾਰ ਨੇ ਕੀ ਆਪਣਾ ਪ੍ਰੋਵੀਜ਼ਨ ਕੀਤਾ ਇਹ ਨਹੀਂ ਦੱਸਿਆ। ਸੋ ਇਸ ਕਰਕੇ ਜਿਹੜੀਆਂ ਵੀ ਸਕੀਮਾਂ ਜਿੱਦਾਂ ਇਹਨਾਂ ਨੇ ਐਜੂਕੇਸ਼ਨ ਨੂੰ ਬੜਾ ਹਾਈਲਾਈਟ ਕੀਤਾ ਤੇ ਉਹਦੇ ਵਿੱਚ ਜਿਹੜੇ ਸਕੂਲਸ ਆਫ ਐਮੀਨੈਂਸ ਹੈ, ਪਿਛਲੇ ਸਾਲ ਵੀ 200 ਕਰੋੜ ਦਾ ਆਪਣਾ ਵਾਲੀਆ ਜੀ ਪ੍ਰੋਵੀਜ਼ਨ ਕੀਤਾ ਸੀਗਾ। ਇੱਕ ਨਵਾਂ ਪੈਸਾ, ਮੋਰੀ ਵਾਲਾ ਪੈਸਾ ਨਹੀਂ ਖਰਚ ਕੀਤਾ, ਇੱਕ ਨਵਾਂ ਪੈਸਾ ਵੀ ਅਗਲੇ ਸਾਲ ਵੀ 200 ਕਰੋੜ ਦਾ ਪ੍ਰੋਵੀਜ਼ਨ ਕਰ ਦਿੱਤਾ ਆ, ਲੇਕਿਨ ਪੈਸਾ ਕਿੱਥੋਂ ਆਏਗਾ ਇਹ ਨਹੀਂ ਦੱਸਿਆ। ਨੰਬਰ 1। ਨੰਬਰ 2 ਦੇ ਉੱਤੇ ਜਿਹੜੇ ਮੁਹੱਲਾ ਕਲੀਨਿਕ ਹੈ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਆਯੁਸ਼ਮਾਨ ਯੋਜਨਾ ਦੇ ਤਹਿਤ 1114 ਕਰੋੜ ਰੁਪਈਆ ਤਾਂ ਭਾਰਤ ਸਰਕਾਰ ਨੇ ਭੇਜਿਆ ਤੇ ਕੂਚੀ ਮਾਰੀ ਇਹਨਾਂ ਨੇ ਤੇ ਉਹਦੇ ਤੇ ਲਿਖਤਾ ਆਮ ਆਦਮੀ ਕਲੀਨਿਕ। ਔਰ ਜਦੋਂ ਇਹਨਾਂ ਦੇ ਭਾਸ਼ਣ ਸੁਣ ਰਹੇ ਸੀਗੇ ਵਿੱਤ ਮੰਤਰੀ ਜੀ ਦਾ ਤੇ ਮੈਡੀਕਲ ਜਿਹੜੇ ਸਾਡੇ ਹੈਲਥ ਮਿਨਿਸਟਰ ਹੈ, ਤਾਂ ਹੈਲਥ ਮਿਨਿਸਟਰ ਜੀ ਦਾ ਪਹਿਲਾਂ ਸੁਣਿਆ ਵਿਧਾਨ ਸਭਾ ਦੇ ਧੰਨਵਾਦ ਭਾਸ਼ਣ ਤੇ, ਉਹ ਕਹਿੰਦੇ ਕਿ ਮੁਹੱਲਾ ਕਲੀਨਿਕ ਦੇ ਵਿੱਚ 2 ਮਿਲੀਅਨ ਲੋਕਾਂ ਦਾ ਇਲਾਜ ਹੋਇਆ। ਜਦੋਂ ਆਪਣਾ ਵਿੱਤ ਮੰਤਰੀ ਜੀ ਉਹ ਕਹਿਣ ਲੱਗੇ ਕਿ 10,05,000 ਲੋਕਾਂ ਦਾ ਇਲਾਜ ਹੋਇਆ। ਹੁਣ ਇਹ ਝੂਠ ਬੋਲਣ ਦੀ ਇੰਤਹਾ ਆ। ਇਹਨਾਂ ਨੂੰ ਇਹ ਨਹੀਂ ਪਤਾ ਕਿ 1 ਮਿਲੀਅਨ ਦੇ ਵਿੱਚ 10 ਲੱਖ ਹੁੰਦਾ ਆ ਜਾਂ 5 ਲੱਖ ਹੁੰਦਾ ਆ, ਕਿ ਆਪਣਾ ਮਤਲਬ ਜਿਹੜਾ ਪਤਾ ਨਹੀਂ ਤਾਂ ਕੀ ਝੂਠ ਆਪਣਾ ਕੇਜਰੀਵਾਲ ਜੀ ਦਾ ਝੂਠਾ ਪਾਣੀ ਪੀ ਕੇ ਆ ਗਏ ਆ ਕਿ ਝੂਠ ਤੇ ਝੂਠ ਬੋਲੀ ਜਾਂਦੇ ਆ। ਕੋਈ ਵੀ ਆਪਣਾ ਇਹਨਾਂ ਦਾ ਸਵਾਏ ਵਿਜੀਲੈਂਸ ਡਿਪਾਰਟਮੈਂਟ ਦੀ, ਮੈਂ ਫਿਰ ਦੁਬਾਰਾ ਇਹ ਕਹਾਂਗਾ ਕਿ ਵਿਜੀਲੈਂਸ ਇਜ਼ ਏ ਗਵਰਨਮੈਂਟ ਡਿਪਾਰਟਮੈਂਟ। ਜੇ ਉਹਨਾਂ ਨੇ ਕਰਪਸ਼ਨ ਫੜੀ ਹੈ, ਜੇ ਉਹਨਾਂ ਲੋਕਾਂ ਨੂੰ ਉਹਨਾਂ ਨੇ ਫੜ ਕੇ ਅੰਦਰ ਕੀਤਾ ਆ, ਤਾਂ ਵਾਲੀਆ ਜੀ ਇਹ ਉਹਨਾਂ ਦੀ ਡਿਊਟੀ ਹੈ। ਇਹ ਇਸ ਤਰ੍ਹਾਂ ਨਹੀਂ ਹੈਗਾ ਕਿ ਉਹਨਾਂ ਨੇ ਕੋਈ ਖਾਸ ਕੰਮ ਕਰ ਲਿਆ। ਡਿਊਟੀ ਤਾਂ ਪਹਿਲੇ ਵੀ ਹੁੰਦੀ ਸੀ ਨਾ ਸਰ, ਡਿਊਟੀ ਤਾਂ ਪਹਿਲਾਂ ਵੀ ਹੁੰਦੀ ਸੀ। ਮੈਂ ਤਾਂ ਹੀ ਤਾਰੀਫ ਕੀਤੀ ਹੈ ਬਰਾੜ ਸਾਹਿਬ, ਮੈਂ ਤਾਂ ਹੀ ਤਾਰੀਫ ਕੀਤੀ ਹੈ। ਜੇ ਚੰਗਾ ਕੰਮ ਹੁੰਦਾ ਆ ਸਰਕਾਰ ਨੂੰ ਕ੍ਰੈਡਿਟ ਜਾਂਦਾ, ਤੇ ਜੇ ਮਾੜਾ ਕੰਮ ਹੋਵੇ ਗਵਰਨਮੈਂਟ ਮਸਟ ਓਨ ਰਿਸਪੌਂਸਿਬਿਲਿਟੀ। ਤੁਸੀਂ ਦੇਖਿਆ ਹੋਣਾ ਪਿਛਲੇ ਸੰਡੇ ਕੀ ਹੋਇਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪਹਿਲੀ ਵਾਰੀ ਜਦੋਂ ਪੇਪਰ ਲੀਕ ਕੀਤਾ, ਉਹ ਕੱਲਾ ਲੀਕ ਨਹੀਂ ਕੀਤਾ, ਪੇਪਰ ਸੋਲਵ ਕਰਕੇ ਦੇਤਾ। ਦੱਸੋ ਇਹ ਇਸ ਤਰ੍ਹਾਂ ਦੇ ਜੇ ਆਪਣਾ ਐਡਮਿਨਿਸਟ੍ਰੇਸ਼ਨ ਫੇਲਿਓਰ ਹੋਣਗੇ। ਅਜਨਾਲਾ ਦੇ ਵਿੱਚ ਪਹਿਲੀ ਵਾਰੀ, ਮੈਂ ਤਾਂ ਜਿੰਨਾ ਮੇਰੀ ਲਾਈਫ ਹੈ ਪਹਿਲੀ ਵਾਰੀ ਦੇਖਿਆ ਕਿ ਥਾਣਾ ਹੀ ਸਰੈਂਡਰ ਕਰ ਦਿੱਤਾ। ਅੱਜ ਤੱਕ FIR ਨਹੀਂ ਹੋਈ। ਤੇ ਇਹ ਥਾਣਾ ਸਰੈਂਡਰ ਤਾਂ ਉਦੋਂ ਵੀ ਨਹੀਂ ਸੀ ਹੋਇਆ ਜਦੋਂ ਅੱਤਵਾਦ ਦਾ ਦੌਰ ਸੀਗਾ। ਸੋ ਅਸੀਂ ਇਹਨਾਂ ਨੂੰ ਥਾਪੜਾ ਦਈਏ ਤਾਂ ਕਿਸ ਗੱਲ ਤੇ ਦਈਏ? ਥਾਪੜਾ ਦਈਏ ਤੇ ਕਿਸ ਗੱਲ ਤੇ ਦਈਏ? ਬਰਾੜ ਸਾਹਿਬ ਕੁਇਕਲੀ ਦੱਸਣਾ, ਫਿਰ ਮੈਂ ਅੱਗੇ ਵਧਣਾ। ਬਰਾੜ ਸਾਹਿਬ, ਅੱਜ ਇਹ 365 ਦਿਨਾਂ ਦੀ ਸਰਕਾਰ ਆ ਜੀ, ਤੇ ਮੈਂ ਕਹੂੰਗਾ ਵੀ 365 ਦਿਨਾਂ ਦੀ ਸਰਕਾਰ ਦੇ ਵਿੱਚ 365 ਤੋਂ ਜ਼ਿਆਦਾ ਇਹਨਾਂ ਦੇ ਸਕੈਂਡਲ ਆ। ਚਾਹੇ ਮਿੱਤਰ ਰਤਨ ਨੂੰ ਲੈ ਲਓ, ਚਾਹੇ ਫੌਜਾ ਸਿੰਘ ਸਰਾਰੀ ਨੂੰ ਲੈ ਲਓ, ਤੇ ਚਾਹੇ ਇਹਨਾਂ ਦਾ ਵਿਜੇ ਸਿੰਗਲਾ ਲੈ ਲਓ, ਚਾਹੇ ਰੋਜ਼ ਦੀਆਂ ਇਹਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਰਿਸ਼ਵਤ ਲੈਂਦਿਆਂ ਦੀਆਂ। ਇਹਨਾਂ ਦੇ ਕਦੇ ਕੋਈ ਜ਼ਿਲ੍ਹਾ ਪ੍ਰਧਾਨ, ਕਦੇ ਕੋਈ
ਇੰਨਾ ਬੁਰਾ ਹਾਲ ਆ, ਕਰਪਸ਼ਨ ਦਾ ਵੀ ਬੁਰਾ ਹਾਲ ਆ। ਔਰ ਮੇਰੀ ਇੱਕ ਗੱਲ ਯਾਦ ਰੱਖੋ, ਜੇ PCS ਅਧਿਕਾਰੀ ਤਾਂ ਹੜਤਾਲ ਤੇ ਜਾਂਦੇ ਜਾਂਦੇ ਰਹਿ ਗਏ, ਇਹ ਫਸਟ ਟਾਈਮ ਹੋਊਗਾ ਕਿ ਪੰਜਾਬ ਪੁਲਿਸ ਜਿਹੜੀ ਸਭ ਤੋਂ ਮੰਨੀ ਵੀ, ਜਿਹੜੀ ਪੂਰੀ ਇਮਾਨਦਾਰੀ ਨਾਲ ਸੇਵਾ ਕਰਨ ਵਾਲੀ ਪੰਜਾਬ ਪੁਲਿਸ, ਔਰ ਬਹੁਤ ਹੀ ਨਿਡਰ ਆ ਸਾਡੇ ਪੰਜਾਬ ਦੀ ਪੁਲਿਸ ਆ, ਜਿਹੜੀ ਸਾਡੇ ਨੌਜਵਾਨ ਆ ਪੰਜਾਬ ਪੁਲਿਸ ਦੇ, ਉਹ ਪਹਿਲੀ ਵਾਰੀ ਹੋਊਗਾ। ਇੰਨਾ ਕਿ ਇਹਨਾਂ ਨੇ ਹੱਥ ਬੰਨ ਰੱਖੇ ਆ, ਪੰਜਾਬ ਪੁਲਿਸ ਵੀ ਹੜਤਾਲ ਤੇ ਜਾਊਗੀ, ਚਾਹੇ 2 ਮਹੀਨਿਆਂ ਨੂੰ ਜਾਵੜੇ ਚਾਹੇ 6 ਮਹੀਨਿਆਂ ਨੂੰ ਜਾਵੜੇ, ਜਿਹੜੇ ਹਾਲਾਤ ਆ ਪੰਜਾਬ ਦੇ। ਸਰ ਇਹ ਕਰਾਨ ਤਾਂ ਨਹੀਂ ਲੱਗੇ ਆਪਾਂ ਹੜਤਾਲ, ਇਹ ਵੀ ਨਾਲ ਦੱਸ ਦਿਓ। ਨਹੀਂ ਚਲੋ ਸਾਡੇ ਤਾਂ ਨਹੀਂ ਜੀ, ਇਹ ਤਾਂ ਤੁਸੀਂ ਭਵਿੱਖਬਾਣੀ ਕਰਤੀ ਨਾ 2 ਮਹੀਨੇ ਤੱਕ ਪੰਜਾਬ ਪੁਲਿਸ ਵੀ ਹੜਤਾਲ ਤੇ ਜਾਊਗੀ, ਤੇ ਮੈਂ ਤਾਂ ਹੀ ਪੁੱਛਿਆ ਕਿ ਕਰਾਨ ਕਰੂਨ ਤਾਂ ਨਹੀਂ ਲੱਗੇ, ਜਾਂ ਭਵਿੱਖਬਾਣੀ ਮਤਲਬ ਕਿ ਤੁਸੀਂ ਦੋਸ਼ੀ ਹੈਗੇ ਤਾਂ ਜਾਣ ਲਈਏ, ਸਮਝ ਲਈਏ। ਉਹ ਜੋ ਬਾਜ਼ਾਰਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਗੱਲਾਂ ਹੁੰਦੀਆਂ ਉਹ ਹੀ ਕਹਿੰਦੇ ਆ, ਦਰਸ਼ਕ ਬਣਾ ਕੇ ਰੱਖਦਾ ਪੁਲਿਸ, ਜੇ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਵੀ ਕੁਝ ਕਰਨ ਨਹੀਂ ਦਿੰਦੇਗੇ। ਓਕੇ, ਸਵਾਲ ਇਹ ਖੜਾ ਹੋ ਰਿਹਾ, ਠੀਕ ਹੈ, ਮੈਂ ਇੱਕ ਸਾਰੇ ਦੇ ਪੁਆਇੰਟ ਕੁਇਕਲੀ ਲੈ ਕੇ ਫਿਰ ਮੈਂ ਖਾਲਿਦ ਸਾਹਿਬ ਦੇ ਕੋਲ ਜਾਣਾ ਹੈ। ਸੁਖਦੇਵ ਜੀ, ਸਵਾਲ ਇਹ ਖੜਾ ਹੋ ਗਿਆ, ਜਿਹੜਾ ਇਹਨਾਂ ਨੇ ਡਾਟਾ ਜਾਰੀ ਕੀਤਾ, ਕਹਿੰਦੇ 26,797 ਨੌਕਰੀਆਂ ਦੇਤੀਆਂ, ਬਿਜਲੀ ਦੇ 600 ਯੂਨਿਟ, 504 ਮੁਹੱਲਾ ਕਲੀਨਿਕ, ਟ੍ਰੇਨਿੰਗ ਪ੍ਰਿੰਸੀਪਲ ਤੇ ਡੈਲੀਗੇਟਾਂ ਨੂੰ ਸਿੰਗਾਪੁਰ ਭੇਜਿਆ, ਰੋਜ਼ਗਾਰ ਦੇ ਲਈ 236 ਕਰੋੜ ਦਾ ਬਜਟ ਰੱਖਿਆ, ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਰਾਸ਼ੀ ਦਿੱਤੀ ਹੈ। ਸਰ ਇਸ ਤੋਂ ਵੱਖ ਆਪਾਂ ਹੋਰ ਕੀ ਭਾਲ ਰਹੇ ਹਾਂ, ਅਦਰ ਦੈਨ ਆ ਲਾਅ ਐਂਡ ਆਰਡਰ ਦੀ ਜਿਹੜੀ ਆਪਾਂ ਗੱਲ ਕੀਤੀ ਹੈ, 1 ਸਾਲ 'ਚ ਹੋਰ ਕੀ ਐਕਸਪੈਕਟਡ ਸੀਗਾ ਔਨ ਵਿਚ ਗਰਾਊਂਡਸ? ਆਪਾਂ ਸੋਚ ਰਹੇ ਸੀ ਕਿ ਆ ਵੀ ਕਰ ਦਿੰਦੇ, ਸਸਤਾ ਰੇਤਾ, ਬਿਜਲੀ, ਆ ਚੀਜ਼, ਹੋਰ ਕੀ ਆਪਾਂ ਇਹਨਾਂ ਤੋਂ ਕੀ ਚਾਹ ਕੀ ਰਹੇ ਸਰ, ਤਾਂ ਕਿ ਆਪਾਂ ਲੋਕਾਂ ਨੂੰ ਦੱਸ ਸਕੀਏ। ਵਾਲੀਆ ਸਾਹਿਬ, ਮੈਂ ਤਾਂ ਤੁਹਾਨੂੰ ਪਹਿਲਾਂ ਕਹਿਤਾ ਵੀ 26,700 ਕੁਛ ਦੀ ਗੱਲ ਤਾਂ ਕਰਦੇ, 26,000 ਕੁਛ ਦੀ ਐਡਵਰਟਾਈਜ਼ਮੈਂਟ ਹੀ ਦਿਖਾ ਦੇਣ ਵੀ ਇਹਨਾਂ ਨੇ 1 ਸਾਲ 'ਚ ਕੀਤੀਆਂ ਹੋਣ, ਤਾਂ ਮੰਨ ਲਈਏ ਵੀ ਇਹਨਾਂ ਨੇ ਦੇਤੀਆਂ। 26,000 ਦੀ ਐਡਵਰਟਾਈਜ਼ਮੈਂਟ ਤਾਂ ਦਿਖਾ ਦੇਣ। ਫਿਰ ਟੈਸਟ ਕਿੰਨੇ ਲਏ ਨੇ, ਮੈਂ ਤੁਹਾਨੂੰ ਪਹਿਲਾਂ ਕਹਿਤਾ, ਜੇ ਇਹਨਾਂ ਨੇ ਟੈਸਟ ਲਿਆ ਸੀਗਾ ਉਹਦਾ ਆਪਣਾ ਨਾਇਬ ਤਹਿਸੀਲਦਾਰ ਦਾ, ਉਹ ਲੀਕ ਹੋ ਗਿਆ, ਉਹ ਕੋਰਟ 'ਚ ਜਾ ਕੇ ਚੈਲੰਜ ਹੋ ਗਿਆ। ਹੁਣ ਜਿਹੜਾ ਟੀਚਰਸ ਦਾ ਲਿਆ ਅੰਮ੍ਰਿਤਸਰ JNU ਯੂਨੀਵਰਸਿਟੀ ਨੇ, ਉਹ ਪੇਪਰ ਹੀ ਸੋਲਵ ਕਰਕੇ ਦੇਤੇ। ਹੋਰ ਅਗਲੀ ਗੱਲ ਜਿਹੜੀ, ਜਿੱਥੋਂ ਤੱਕ ਮੈਂ ਇਹਨਾਂ ਨੂੰ ਨਾ, ਇੱਕ ਜੇ ਝੂਠ ਬੋਲਣ ਦਾ ਤਾਂ ਤੁਸੀਂ ਖੁਦ ਇਹਦਾ ਅੰਦਾਜ਼ਾ ਲਾ ਲਓ। ਜੇ ਭਗਵੰਤ ਮਾਨ ਸਾਹਿਬ ਨੂੰ ਨਾ ਅਜਨਾਲਾ ਕਾਂਡ ਬਾਰੇ ਬੰਬੇ ਦੇ ਵਿੱਚ ਕਿਸੇ ਪ੍ਰੈਸ ਵਾਲੇ ਨੇ ਪੁੱਛ ਲਿਆ ਵੀ ਐਡਾ ਵੱਡਾ ਕਾਂਡ ਹੋਗਾ, ਕਹਿੰਦੇ ਉਹ ਤਾਂ ਹੁਆ ਹੀ ਨਹੀਂ, ਆਪਕੋ ਗਲਤ ਇਨਫੋਰਮੇਸ਼ਨ ਹੈ। ਠੀਕ ਹੈ ਜੀ। ਫਿਰ ਗੋਲਡੀ ਬਰਾੜ ਕਹਿੰਦੇ ਅਸੀਂ ਫੜ ਲਿਆ। ਮੈਂ ਦੇਖੋ ਗੱਲ ਇਹ ਹੈ, ਔਰ ਤੁਸੀਂ ਗੋਇੰਦਵਾਲ ਸਾਹਿਬ 'ਚ ਦੇਖੋ ਕੀ ਹੋਇਆ। ਗੋਇੰਦਵਾਲ ਸਾਹਿਬ ਜੀ, ਪ੍ਰਸ਼ਾਸਨ ਜਿਹੜਾ ਜੇਲ੍ਹ ਪ੍ਰਸ਼ਾਸਨ ਜਿਹੜਾ ਇਹਨਾਂ ਨੇ ਫੜ ਕੇ ਅੰਦਰ ਦਿੱਤਾ ਸੀ, ਉਹ 4 ਮਹੀਨੇ ਪਹਿਲਾਂ ਲਿਖਦਾ ਹੈ ਵੀ ਆਹ 7 ਬੰਦਿਆਂ ਨੂੰ ਇੱਥੋਂ ਸ਼ਿਫਟ ਕਰ ਦਿਓ। ਇਹਨਾਂ ਨੇ ਉਹ ਸ਼ਿਫਟ ਨਹੀਂ ਕੀਤੇ, ਔਰ ਜਦ ਕਿ ਜੇਲ੍ਹ ਮਿਨਿਸਟਰ ਕੌਣ ਹੈ? CM ਸਾਹਿਬ। ਤੇ ਉਹ ਉਦੋਂ ਬਾਅਦ ਉੱਥੇ ਕਤਲ ਹੋ ਜਾਂਦਾ, ਵੀਡੀਓ ਵੀ ਬਣਦੀ ਹੈ, ਵੀਡੀਓ ਲੀਕ ਹੋ ਜਾਂਦੀ ਹੈ। ਕੀ ਹੋ ਰਿਹਾ ਜੇਲ੍ਹਾਂ ਦੇ ਵਿੱਚ? ਔਰ ਉਹ ਹੋ ਕੀ ਰਿਹਾ, ਕਿਉਂ ਹੋ ਰਿਹਾ, ਮੈਂ ਤੁਹਾਨੂੰ ਦੱਸਦਾ। ਉਹ ਜੋ ਹੋ ਰਿਹਾ ਹੈ ਉਹ ਇਸ ਕਰਕੇ ਹੋ ਰਿਹਾ ਕਿ ਉਹ ਸਬੂਤ ਨਸ਼ਟ ਕੀਤੇ ਜਾ ਰਹੇ ਹੈ, ਕਿਉਂਕਿ ਹੁਣ ਇਹਨਾਂ ਨੇ ਖੁਦ, ਇਹਨਾਂ ਦੇ ਇੱਕ ਸਪੋਕਸ ਪਹਿਲਾਂ ਵਿਧਾਨ ਸਭਾ ਦੇ ਵਿੱਚ ਅਮਨ ਅਰੋੜੇ ਨੇ ਗੱਲੀ ਬਾਤੀ ਉਂਗਲ ਚੱਕਤੀ ਮੂਸੇਵਾਲੇ ਤੇ, ਉਹਦਾ ਆਪਦਾ ਹੀ ਕਸੂਰ ਹੈ, ਉਹ ਆਪਦੀ ਗੱਡੀ ਨਹੀਂ ਲੈ ਕੇ ਗਿਆ, ਉਹ ਗਨਮੈਨ ਨਹੀਂ ਲੈ ਕੇ ਗਿਆ। ਫਿਰ ਇਹਨਾਂ ਦਾ ਇੱਕ ਬੁਲਾਰਾ ਕਹਿੰਦਾ ਮੂਸੇਵਾਲੇ ਦੇ ਬੰਬੀਹਾ ਗੈਂਗ ਨਾਲ ਲਿੰਕ ਸੀਗੇ। ਠੀਕ ਹੈ ਜੀ। ਹੁਣ ਇਹਨਾਂ ਨੇ ਗੱਲਬਾਤ ਕਰਕੇ ਅਲਟੀਮੇਟਲੀ, ਔਰ ਉਸ ਤੋਂ ਬਾਅਦ ਲਾਰੈਂਸ ਦੀ ਇੰਟਰਵਿਊ ਆ ਜਾਂਦੀ ਹੈ। ਤੁਸੀਂ ਕੜੀਆਂ ਤਾਂ ਦੇਖੋ ਕਿੱਧਰ ਨੂੰ ਜੁੜ ਰਹੀਆਂ ਨੇ। ਇਸ ਕਰਕੇ ਇਹ ਜਿਹੜਾ ਇਹਨਾਂ ਨੇ ਮੂਸੇਵਾਲੇ ਦੇ ਕਾਂਡ ਨੂੰ ਜਿਹੜਾ ਕਤਲ ਹੋਇਆ ਹੈਗਾ, ਉਹਨੂੰ ਇਹਨਾਂ ਨੇ ਲੁਕਾਉਣਾ ਹੈ, ਕਿਉਂਕਿ ਉਹਦੇ ਵਿੱਚ ਇਹਨਾਂ ਦਾ ਮੀਡੀਆ ਐਡਵਾਈਜ਼ਰ ਵੀ ਇਹ ਕਹਿੰਦੇ ਸੀ ਅਸੀਂ ਆਪਾਂ ਇਨਕੁਆਇਰੀ ਕਰਾਂਗੇ। ਸਾਲ 'ਚ ਉਹਦੀ ਇਨਕੁਆਇਰੀ ਨਹੀਂ ਹੋਈ, ਬਲਤੇਜ ਪੰਨੂ ਦੀ। ਉਹਨਾਂ ਦਾ ਮਾਂ ਪਿਓ ਉਂਗਲ ਚੱਕਦੇ ਨੇ ਬਲਤੇਜ ਪੰਨੂ ਤੇ, ਬਲਤੇਜ ਪੰਨੂ ਦੀ ਅੱਜ ਤੱਕ ਇਹਨਾਂ ਨੇ ਇਨਕੁਆਇਰੀ ਕੋਈ ਨਹੀਂ ਕੀਤੀ। ਔਰ ਬਾਕੀ ਗੱਲ, ਮੈਂ ਇੱਕ ਗੱਲ ਜਿਹੜੀ ਸਾਡੇ ਲੱਦੜ ਸਾਹਿਬ ਨੇ ਕਹੀ ਹੈ, ਜੇ ਹੁਣ ਤੁਸੀਂ ਵਿਜੀਲੈਂਸ ਦਾ ਦੇਖੋ, ਵਿਜੀਲੈਂਸ ਮੈਂ ਕਹਿੰਦਾ ਕਰਪਸ਼ਨ ਵਾਲੇ ਬੰਦੇ ਨੂੰ ਫੜੇ, ਪਰ ਹੁਣ ਉਹਨਾਂ ਨੇ ਇੱਕੋ ਲਾਈਨ ਦੇ ਕੇ ਕੰਮ ਮਾਮਲਾ ਬਣਾ ਲਿਆ ਵੀ ਜੀ ਇਹਦੇ ਇਨਕਮ ਤੋਂ ਵੱਧ ਸਰੋਤ ਨੇ। ਹੁਣ ਦੇਖੋ ਗੱਲ ਇਹ ਹੈ, ਇਨਕਮ ਦਾ ਮਾਮਲਾ ਜਾਂ ਸਰੋਤਾਂ ਦਾ ਮਾਮਲਾ ਤਾਂ ਇਹ ਆਪਣਾ ਇਨਕਮ ਟੈਕਸ ਡਿਪਾਰਟਮੈਂਟ ਦਾ ਕੰਮ ਹੈ, ਉਹ ਹੁਣ ਵਿਜੀਲੈਂਸ ਨੇ ਫੜ ਲਿਆ। ਕਿਉਂਕਿ ਜੇ ਗੋਲਡੀ ਭਗਵੰਤ ਮਾਨ ਸਾਹਿਬ ਦੇ ਇਲੈਕਸ਼ਨ ਲੜਿਆ, ਉਹਦੇ ਵੀ ਇਨਕਮ ਤੋਂ ਵੱਧ ਸਰੋਤ ਹੁਣ ਕਹਿੰਦੇ ਅਸੀਂ ਚੈੱਕ ਕਰਨੇ ਆ। ਦੇਖੋ ਗੱਲ ਇਹ ਹੈ ਵੀ ਤੁਸੀਂ ਕਰਪਸ਼ਨ ਫੜੋ, ਕਰਪਟ ਬੰਦਿਆਂ ਨੂੰ ਫੜੋ, ਕਰਪਸ਼ਨ ਦੇ ਪੈਸੇ ਵੀ ਰਿਕਵਰ ਕਰੋ। ਅਸੀਂ ਨਹੀਂ ਇਸ ਗੱਲ ਦੇ ਖਿਲਾਫ, ਹੱਕ 'ਚ, ਪਰ ਤੁਸੀਂ ਬੰਦਿਆਂ ਨੂੰ ਟਾਰਗੇਟ ਕਰ ਰਹੇ ਹੋ, ਉਹ ਗੱਲ ਗਲਤ ਹੈ। ਵੀ ਤੁਸੀਂ ਸਿਰਫ ਤੇ ਸਿਰਫ ਇਸ ਕਰਕੇ ਵੀ ਤੁਸੀਂ ਤੁਹਾਡੇ ਵਿਰੋਧੀ ਨੇ, ਜੇ ਸਰਾਰੀ ਵਾਸਤੇ ਫਾਰਮੂਲਾ ਵੱਖਰਾ, ਅਮਿਤ ਰਤਨ ਵਾਸਤੇ ਵੱਖਰਾ, ਫਾਰਮੂਲਾ ਸੇਮ ਹੋਣਾ ਚਾਹੀਦਾ, ਵਿਜੇ ਸਿੰਗਲਾ ਵਾਸਤੇ ਵੱਖਰਾ, ਕਿਉਂ? ਅਮਿਤ ਜਿਹੜਾ ਸਰਾਰੀਆ, ਉਹਨੂੰ ਹੁਣ ਤੱਕ ਕਿਹੜੀ ਇਨਕੁਆਇਰੀ ਚੱਲ ਰਹੀ ਹੈ? ਉਹਦੀ ਆਡੀਓ ਲੋਕਾਂ ਦੇ ਸਾਹਮਣੇ ਆ ਗਈ। ਠੀਕ ਹੈ ਜੀ। ਅਮਿਤ ਰਤਨ ਨੂੰ ਇਹ 10 ਦਿਨ ਵੇਟ ਕਰਦੇ ਰਹੇ, ਇਹਨਾਂ ਦੀ ਕਸ਼ਮਕਸ਼ ਚੱਲਦੀ ਰਹੀ ਦਿੱਲੀ ਵਾਲਿਆਂ ਤੇ ਭਗਵੰਤ ਮਾਨ 'ਚ। ਉਹ ਕਹਿੰਦੇ ਸੀ ਫੜਨਾ ਨਹੀਂ ਹੈ, ਕਹਿੰਦੇ ਫੜਨਾ। ਉਸ ਗੱਲ ਦੇ ਵਿੱਚ ਕਿਉਂਕਿ ਉਹ ਗਰੁੱਪਿਜ਼ਮ 'ਚ ਫੜਿਆ ਗਿਆ। ਸਮਾਂ ਖਤਮ ਹੋ ਰਿਹਾ, ਮੈਂ ਅੱਗੇ ਵਧਦਾ ਥੋੜਾ ਜਿਹਾ। ਠੀਕ ਹੈ,
ਸਰ ਗੋਟ ਯਰ ਪੁਆਇੰਟ। ਜਿਸ ਤਰੀਕੇ ਦੇ ਨਾਲ ਹੁਣ ਸਮਝਣ ਦੀ ਲੋੜ ਸੀਗੀ ਲੱਦੜ ਸਾਹਿਬ ਉਹ ਤਾਂ ਕਹਿੰਦੇ ਕਿ ਇਨਕਮ ਟੈਕਸ ਦਾ ਕੰਮ ਹੈਗਾ, ਮਤਲਬ ਕਿ ਉਹ ਕਰ ਲੈਣਗੇ, ਇਹ ਜਾਣਬੁੱਝ ਕੇ ਟਾਰਗੇਟਡ ਕੰਮ ਹੋ ਰਿਹਾ। ਇਹ ਦੇਖੋ ਆਪਣਾ ਕਾਂਗਰਸ ਦੇ ਬੁਲਾਰੇ ਬਿਲਕੁਲ ਵਾਜਬ ਕਹਿ ਰਹੇ ਹੈਗੇ ਆ, ਹਾਲਾਂਕਿ ਮੈਂ ਬਿਲਕੁਲ ਜ਼ੀਰੋ ਟੋਲਰੈਂਸ ਦੇ ਫੇਵਰ ਚ ਹੈਗਾ ਕਿ ਕਰਪਸ਼ਨ ਬਿਲਕੁਲ ਨਹੀਂ ਹੋਣੀ ਚਾਹੀਦੀ, ਚਾਹੇ ਮੌਜੂਦਾ ਸਮੇਂ ਦੀ ਹੈ ਚਾਹੇ ਪਾਸਟ ਦੀ ਹੈ। ਜੇ ਪੰਜਾਬ ਦਾ ਪੈਸਾ ਕਿਸੇ ਨੇ ਲੁੱਟਿਆ ਆ ਤਾਂ ਉਹਦੇ ਤੋਂ ਹਿਸਾਬ ਕਿਤਾਬ ਲੈਣਾ ਹੈਗਾ ਸਰਕਾਰ ਦਾ ਕੰਮ ਹੈ, ਲੇਕਿਨ ਇਹ ਸਿਲੈਕਟਿਵ ਨਹੀਂ ਹੋਣਾ ਚਾਹੀਦਾ। ਸਾਡੇ 52 MLA ਸਿਟਿੰਗ MLA ਆਮ ਆਦਮੀ ਪਾਰਟੀ ਦੇ MLA ਉਹਨਾਂ ਦੇ ਖਿਲਾਫ FIRs ਹੈ, ਕਿਡਨੈਪਿੰਗ ਦੀਆਂ, ਲੈਂਡ ਗ੍ਰੈਬਿੰਗ ਦੀਆਂ, 307 ਤੱਕ ਦੇ ਜਿਹੜੇ ਮਰਡਰ ਦੇ ਕੇਸ ਹੈਗੇ ਉਹਨਾਂ ਦੇ ਖਿਲਾਫ 3,72,000 ਇਸ ਆਮ ਆਦਮੀ ਪਾਰਟੀ ਦੇ ਪੋਰਟਲ ਤੇ ਸ਼ਿਕਾਇਤਾਂ ਆਈਆਂ। ਠੀਕ ਹੈ ਸਰ। ਔਰ ਕੋਈ ਇਨਕੁਆਇਰੀ ਨਹੀਂ ਹੈ। ਠੀਕ ਹੈ। तो जे हिसाब लेना आ देन इट शुड बी वेरी फेयर। तो अपना सारे ही अपना मतलब ਜਾਂਚ ਕਰਾਣੀ ਦਾ ਸਾਰਿਆਂ ਦੀ ਕਰਾਣੀ ਹੈ, ਆਪਣੇ ਮਤਲਬ ਕਿ ਆਪਣੇ ਛੱਡ ਦੋ ਉਹਨਾਂ ਦੇ ਕਰ ਲਓ। ਤੁਸੀਂ ਕਹਿ ਰਹੇ ਹੋ ਇਹ ਨਹੀਂ ਹੋਣਾ ਚਾਹੀਦਾ ਜੀ, ਡਿਫਰੈਂਟ ਯਾਰਡ ਸਟਿਕਸ ਨਹੀਂ ਹੋਣੀ ਚਾਹੀਦੀਆਂ ਮਾਪਣ ਦੇ ਲਈ। ਦੇਖੋ ਜੇ ਆਪਣਾ ਸਮਾਂ ਖਤਮ ਹੋ ਰਿਹਾ ਸਰ, ਪਲੀਜ਼ ਸਰ ਮੈਂ ਡਿਟੇਲ 1 ਮਿੰਟ ਵੀ ਬਹੁਤ ਜ਼ਿਆਦਾ ਸਰ, ਸੈਕਿੰਡ ਚ ਗੱਲ ਲਾਓ ਸਰ। ਖਾਲਿਦ ਸਾਹਿਬ ਟੂ ਸਮ ਦਿਸ ਵੈਰੀ ਸ਼ਾਰਟ। ਹੁਣ ਸਮਝਣ ਦੀ ਇਹ ਲੋੜ ਹੈਗੀ, ਤੁਸੀਂ ਕਿ ਆਮਦਨ ਦੇ ਵਸੀਲੇ ਹੈ ਨਹੀਂ, ਗੱਲਾਂ ਬਹੁਤ ਕੀਤੀਆਂ ਕਿ ਇੰਨਾ ਪੈਸਾ ਇੱਥੋਂ ਕੱਢ ਲਾਂਗੇ, ਇੰਨਾ ਇੱਥੋਂ ਕੱਢ ਲਾਂਗੇ, ਭਾਈ ਦੱਸਿਆ ਹੈ ਨਹੀਂ ਕਿੱਥੋਂ ਕੱਢ ਲੋਗੇ, ਆਇਆ ਹੈ ਨਹੀਂ। ਪਰ ਸੂਬਾ ਦਾ ਚਲਾਣਾ ਨਾ ਸਰ, ਜੇ ਰੰਗਲੇ ਪੰਜਾਬ ਦੀ ਗੱਲ ਕਰਦੇ ਆ, ਰੰਗ ਵੀ ਭਰਨੇ ਕਿਉਂਕਿ ਪੰਜਾਬ ਆਪਣਾ ਹੈਗਾ, ਰੰਗ ਦਿਖਣੇ ਵੀ ਚਾਹੀਦੇ ਆ, ਉੱਭਰ ਕੇ ਦਿਖਣੇ ਚਾਹੀਦੇ ਆ। ਕਿਵੇਂ ਹੋਏਗਾ ਸਰ? ਜਾਂਦੇ ਆ ਜੀ ਜਿਹੜੇ ਰਾਜ ਸਭਾ ਮੈਂਬਰ ਬਣਾਏ ਉਹ ਕਿੰਨੇ ਆਮ ਆਦਮੀ ਬਣਾਏ, ਇੱਕ ਦੋ ਸਰ ਠੀਕ ਹੈ, ਮੈਂ ਸਰ ਪੁਆਇੰਟ ਲੈ ਲਾਂ ਇੱਕ ਵਾਰ ਸਰ, ਕਿਉਂਕਿ ਕਾਫੀ ਦੇਰ ਖਾਲਿਦ ਸਾਹਿਬ ਵੇਟ ਕਰ ਰਹੇ। ਰਾਈਟ ਖਾਲਿਦ ਸਾਹਿਬ ਜੀ, ਕਿਵੇਂ ਹੋਏਗਾ ਸਰ? ਅਜੇ ਸਾਹਿਬ 1 ਮਿੰਟ ਸਰ। ਦੇਖੋ ਇਦਾਂ ਮੈਂ ਫੇਰ ਇਹੀ ਗੱਲ ਕਹਾਂਗਾ ਕਿ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਨੇ ਕੁਝ ਨਹੀਂ ਕੀਤਾ, ਲੇਕਿਨ ਇਹ ਵੀ ਨਹੀਂ ਕਹਿ ਸਕਦੇ ਕਿ ਸਰਕਾਰ ਨੇ ਆਪਣੇ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਲਈਆਂ। ਇਟਸ ਅ ਮਿਕਸਡ ਬੈਗ। ਓਕੇ, ਇਹ ਨਹੀਂ ਹੈ ਵੀ ਸਰਕਾਰ ਚੁੱਪ ਕਰੀ ਬੈਠੀ ਹੈ। ਦੇਖੋ ਮੈਂ ਤੁਹਾਨੂੰ 2-3 ਗੱਲਾਂ ਦੱਸਦਾ ਕਿ 35,000 EMPLOYE ਲੋਅਰ ਲੈਵਲ ਤੇ ਐਸਾ ਕੰਮ ਕਰ ਰਿਹਾ ਪਿਛਲੇ 10-15 ਸਾਲ ਤੋਂ, ਜਿਹੜੇ ਬਹੁਤ ਹੀ ਘੱਟ ਤਨਖਾਹ ਤੇ ਕੰਮ ਕਰ ਰਹੇ ਹੈ। ਇਹ ਸਰਕਾਰ ਉਹਨਾਂ ਦੇ ਇਸ ਵੇਲੇ ਸਰਟੀਫਿਕੇਟ ਸਾਰੇ ਚੈੱਕ ਕਰ ਰਹੀ ਹੈ, ਔਰ ਮੈਨੂੰ ਲੱਗਦਾ ਪਾਲਿਸੀ ਬਣਾਈ ਹੈ ਜਿਹੜੇ ਕਿ 10 ਸਾਲ ਤੋਂ ਜਾਂ ਉਸ ਤੋਂ ਜ਼ਿਆਦਾ ਕੰਮ ਕੀਤਾ ਉਹਨਾਂ ਨੂੰ ਅਸੀਂ ਰੈਗੂਲਰਾਈਜ਼ ਕਰਨਾ, ਉਹਨਾਂ ਵਾਸਤੇ ਇੱਕ ਨਵਾਂ ਕੇਡਰ ਕ੍ਰੀਏਟ ਕਰ ਰਹੀ ਹੈ। ਠੀਕ ਹੈ ਸਰ, ਸਮਾਂ ਖਤਮ ਹੋ ਗਿਆ ਮੇਰੇ ਕੋਲ, ਆਪਣੇ ਬੰਦੇ ਆ। ਰਾਈਟ ਸਰ ਸਮਾਂ ਖਤਮ ਹੋ ਗਿਆ। ਮਤਲਬ ਕਿ ਲੋਅਰ ਲੈਵਲ ਤੇ ਜਿਹੜੇ ਕੰਮ ਕਰਨੇ, ਅਪਰ ਲੈਵਲ ਤੇ ਕਰਨੇ, ਸਰਕਾਰ ਤੋਂ ਐਕਸਪੈਕਟਡ ਇਹ ਹੈਗਾ ਕਿ ਸਰਕਾਰ ਕੰਮ ਕਰੇ ਪਰ ਨਿਰਪੱਖਤਾ ਦੇ ਨਾਲ ਕਰੇ, ਟਰਾਂਸਪੇਰੈਂਸੀ ਦੇ ਨਾਲ ਕੰਮ ਕਰੇ। ਲੋਕ ਇਹ ਉਮੀਦ ਕਰਦੇ ਆ, ਪਰ ਜਿਨ੍ਹਾਂ ਨੇ ਵੀ ਪੈਸਾ ਖਾਦਾ ਹੈਗਾ ਉਹ ਵਾਪਸ ਜ਼ਰੂਰ ਲਵੇ। ਇਟਸ ਅ ਮਿਕਸਡ ਬੈਗ, ਮਤਲਬ ਕਿ ਕੁਝ ਕੰਮ ਹੋਏ ਆ, ਕੁਝ ਰੰਦੇ ਆ, ਕੁਝ ਪੂਰੇ ਆ, ਕੁਝ ਅਧੂਰੇ ਆ, ਜਿਵੇਂ ਸਾਰਿਆਂ ਨੇ ਕਿਹਾ। ਪਰ ਉਮੀਦ ਸੀਗੀ ਕਿ ਜ਼ਿਆਦਾ ਗਰੰਟੀਆਂ ਪੂਰੀਆਂ ਹੁੰਦੀਆਂ ਜਿਵੇਂ ਦਿੱਤੀਆਂ ਗਈਆਂ ਸੀਗੀਆਂ ਤੇ ਉਮੀਦਾਂ ਜਗਾਈਆਂ ਗਈਆਂ ਸੀਗੀਆਂ। ਰਹਿੰਦੇ ਸਾਲਾਂ 'ਚ ਵੀ ਵੇਖਦੇ ਆ ਕਿੰਨਾ ਕੁ ਕਰਦੇ। ਇਜਾਜ਼ਤ ਦਿਓ, ਧੰਨਵਾਦ।